चरण अरविंद जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो निज बेरी परचार। एह बेरी होए भव सफल बिन बेरी कर पार। सतगुर मम बेरी कटहो निज बेरी परचार। एह बेरी होए भव सफल बिन बेरी कर पार। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਈ। ਤਿਹ ਛਿਨ ਸੁਨ ਕੈ ਬੰਧਨ ਕੀਨੀ ਭਾਉ ਬਿਖੈ ਮਤ ਸਭ ਕੀ ਭੀਨੀ। ਇਸ ਪ੍ਰਕਾਰ ਮਿਲ ਕੀਨੋ ਗਵਨੰ ਲਹਿਣਾ ਰਹਿਓ ਕਿਤਕ ਦਿਨ ਭਵਨੰ। ਤਿਹ ਛਿਨ ਸੁਨ ਕੈ ਬੰਧਨ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਸਾਡੇ 'ਤੇ ਕਿਰਪਾ ਕੀਤੀ ਹੈ। ਸਾਨੂੰ ਆਪਣੀ ਕਥਾ ਸੁਣਨ ਦਾ ਮੌਕਾ ਸ਼ੁਭ ਸਮਾਂ ਗੁਰੂ ਜੀ ਨੇ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਦਾ ਬੇਅੰਤ ਵਾਰ ਸ਼ੁਕਰ ਹੈ। ਲੜੀਵਾਰ ਕਥਾ ਵਿੱਚ ਆਪਾਂ ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸੇਵਕ ਰੂਪ ਹੋ ਕੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਹੋ ਕੇ ਸੇਵਾ ਕਰ ਰਹੇ ਹਨ ਅਤੇ ਸਾਨੂੰ ਜੀਵਾਂ ਨੂੰ ਬੜੀ ਵੱਡੀ ਸਿੱਖਿਆ ਦੇ ਰਹੇ ਹਨ। ਉਹ ਪ੍ਰਸੰਗ ਅੱਜ ਕੱਲ੍ਹ ਚੱਲ ਰਹੇ ਹਨ ਅਤੇ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। 3 ਸਾਲ ਹੋ ਗਏ ਭਾਈ ਲਹਿਣਾ ਜੀ ਨੂੰ ਇੱਕ ਰਸ ਸੇਵਾ ਕਰਦਿਆਂ ਜੀ। ਨਾ ਕੋਈ ਛੁੱਟੀ ਨਾ ਕੋਈ ਬਿਮਾਰੀ ਦਾ ਬਹਾਨਾ ਨਾ ਕੋਈ ਨਾਗਾ, ਕਿਉਂਕਿ ਪਿਆਰ ਵਾਲਿਆਂ ਵਾਸਤੇ ਕੋਈ ਨਾਗਾ ਨਹੀਂ ਅਤੇ ਕੋਈ ਛੁੱਟੀ ਨਹੀਂ ਜੀ। ਛੁੱਟੀਆਂ ਤਾਂ ਸਾਡੇ ਵਰਗੇ ਭਾਲਦੇ ਆ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਨਹੀਂ ਹੁੰਦਾ ਜੀ। 3 ਸਾਲ ਇੱਕ ਰਸ ਸੇਵਾ ਕੀਤੀ ਅਤੇ 3 ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਆਪ ਭਾਈ ਲਹਿਣਾ ਜੀ ਨੂੰ ਆਖਿਆ, ਪੁਰਖਾ ਘਰ ਵਾਲਿਆਂ ਨੂੰ ਮਿਲ ਆਓ, ਘਰ ਵਾਲਿਆਂ ਦਾ ਪਤਾ ਖਬਰ ਸੁੱਧ ਸਾਰ ਲੈ ਆਓ। ਅਤੇ ਭਾਈ ਲਹਿਣਾ ਜੀ ਨੇ ਇਹ ਵੀ ਨਹੀਂ ਆਖਿਆ ਵੀ ਮਹਾਰਾਜ ਮੈਂ ਜਾਣਾ ਨਹੀਂ ਹੈ। ਮੇਰੇ ਵਰਗਾ ਹੋਵੇ ਜਾਣ ਬੁੱਝ ਕੇ ਆਪਣੀ ਸਿਆਣਪ ਵਿਖਾਉਣ ਵਾਸਤੇ ਆਖੇ ਜੀ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਹੀ ਰਹਿਣਾ। ਭਾਵ ਗੱਲਾਂ ਬਾਤਾਂ ਵਿੱਚ ਇੰਝ ਵਿਖਾਵੇ ਕਿ ਜਿਵੇਂ ਪਰਿਵਾਰ ਦਾ ਮੋਹ ਮੇਰੇ ਅੰਦਰੋਂ ਟੁੱਟ ਗਿਆ ਹੈ। ਪਰ ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ ਅਤੇ ਘਰ ਨੂੰ ਤੁਰ ਪਏ ਜੀ। ਪਰ ਜਿਹੜੀ ਸੱਚਾਈ ਹੈ ਉਹ ਇਹ ਹੈ, ਸਰੀਰ ਤੇ ਘਰ ਆ ਗਿਆ, ਮਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਾਏ ਹੈ। ਜਦੋਂ ਖਡੂਰ ਸਾਹਿਬ ਪਹੁੰਚੇ ਹੈ ਬੜੇ ਲੋਕਾਂ ਨੇ ਆ ਕੇ ਮਿਲਣਾ ਕੀਤਾ ਹੈ, ਬੜੇ ਲੋਕ ਮਿਲੇ ਹੈ। ਉੱਥੇ ਵਿਸ਼ੇਸ਼ ਕਰਕੇ ਲੋਕਾਂ ਦੇ ਵਿੱਚ ਮਿਲਣ ਗਿਲਣ ਵਾਲਿਆਂ ਦੇ ਵਿੱਚ ਖਡੂਰ ਸਾਹਿਬ ਦਾ ਚੌਧਰੀ ਹੈ ਜਿਹਦਾ ਨਾਮ ਹੈ ਤਖਤ ਮੱਲ। ਤਖਤ ਮੱਲ ਜਿਹੜਾ ਹੈ ਉਹ ਮਹਾਰਾਜ ਜੀ ਨੂੰ ਆ ਕੇ ਮਿਲਿਆ। ਤਖਤ ਮੱਲ ਨੇ ਆ ਕੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ।
ਤੇ ਭਾਈ ਲਹਿਣਾ ਜੀ ਪੁੱਛਦੇ ਆ ਵੀ ਤੁਸੀਂ ਤੇ ਖਡੂਰ ਸਾਹਿਬ ਦੇ ਵਾਹਿਗੁਰੂ ਖਡੂਰ ਨਗਰ ਦੇ ਚੌਧਰੀ ਹੋ, ਤੁਸੀਂ ਸਾਡੇ ਗਲੇ ਮਿਲੋ ਆ ਕੇ। ਤੇ ਅੱਗੋਂ ਉਹਨੇ ਆਖਿਆ, ਕਹਿਣ ਲੱਗਾ ਨਹੀਂ, ਮੇਰੀ ਇੰਨੀ ਹੈਸੀਅਤ ਨਹੀਂ ਹੈ ਕਿ ਮੈਂ ਤੁਹਾਡੇ ਗਲੇ ਲੱਗ ਸਕਾਂ। ਤੁਸੀਂ ਮਹਾਂਪੁਰਖ ਦੀ ਸੇਵਾ ਕਰਕੇ ਆਏ ਹੋ, ਇਸ ਕਰਕੇ ਮੇਰੇ ਵਾਸਤੇ ਮਹਾਂਪੁਰਖ ਹੀ ਬਣ ਗਏ ਹੋ। ਮੈਨੂੰ ਤੁਹਾਡੇ ਗਲੇ ਨਹੀਂ ਲੱਗਣਾ ਚਾਹੀਦਾ, ਮੈਨੂੰ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਹੈ। ਮਹਾਰਾਜ ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਤੇ ਭਾਈ ਲਹਿਣਾ ਜੀ ਨੇ ਖੁਸ਼ ਹੋ ਕੇ ਬਚਨ ਆਖੇ, ਪਰਮੇਸ਼ਰ ਤੁਹਾਡੀ ਉਮਰ ਲੰਮੀ ਕਰੇ, ਤੁਹਾਡੇ ਘਰ ਵਿੱਚ ਕਿਸੇ ਪ੍ਰਕਾਰ ਦੀ ਤੋਟ ਨਾ ਰਵੇ, ਤੁਹਾਡੇ ਘਰ ਵਿੱਚ ਲੋਕ ਪਰਲੋਕ ਦੀਆਂ ਖੁਸ਼ੀਆਂ ਹੋਣ, ਤੁਹਾਡਾ ਲੋਕ ਪਰਲੋਕ ਵਿੱਚ ਭਲਾ ਹੋਵੇ। ਔਰ ਇੱਕ ਬਚਨ ਕਹਿ ਕੇ ਲੜੀਵਾਰ ਕਥਾ ਆਰੰਭ ਕਰਨ ਲੱਗਾ। ਸਾਧ ਸੰਗਤ ਜੀ, ਜਿਹੜਾ ਮਨੁੱਖ ਨਿਮਰਤਾ ਦੇ ਵਿੱਚ ਰਹਿੰਦਾ ਹੈ ਨਾ, ਇੱਕ ਗੱਲ ਪੱਕੀ ਚੇਤਾ ਰੱਖਣੀ ਹੈ, ਗੁਰੂ ਘਰ ਦੇ ਵਿੱਚ ਨਿਮਰਤਾ ਵਿੱਚ ਰਹਿਣ ਵਾਲਾ ਪੁਰਸ਼ ਸੰਸਾਰ ਵਿੱਚ ਜਿਹੜਾ ਪ੍ਰੇਮ ਦੇ ਨਾਲ ਨਿਮਰਤਾ ਨਾਲ ਵਿਚਰਦਾ ਹੈ, ਉਹ ਜ਼ਬਰਦਸਤੀ ਪ੍ਰਾਪਤੀ ਕਰ ਲੈਂਦਾ ਹੈ ਜੀ। ਤਖਤ ਮੱਲ ਨੇ ਬੜੀ ਨਿਮਰਤਾ ਵਿਖਾਈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਖੁਸ਼ੀਆਂ ਭਰੇ ਬਚਨ ਜਿਹੜੇ ਆ ਉਹਨੇ ਪ੍ਰਾਪਤ ਕਰ ਲਏ। ਤੇ ਸਾਧ ਸੰਗਤ ਜੀ, ਅੱਗੋਂ ਫਿਰ ਮਹਾਰਾਜ ਨੇ ਖੁਸ਼ ਹੋ ਕੇ ਤਖਤ ਮੱਲ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਸੁਣਾਇਆ ਜੀ। ਸੁਹੀ ਮਹੱਲਾ ਪਹਿਲਾ, ਜਿਨ ਕਉ ਭਾਂਡੈ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾਓ ਦੁਖ ਵਿਸਾਰ ਸੀ। ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ, ਤਿਨਾ ਮਿਲਿਆ ਗੁਰ ਆਏ, ਜਿਨ ਕਉ ਲਿਖਿਆ ਅੰਮ੍ਰਿਤ ਹਰਿ ਕਾ ਨਾਉ ਦੇਵੈ ਦਿਖਿਆ। ਚਾਲਹਿ ਸਤਿਗੁਰ ਭਾਏ ਭਵਹਿ ਨਾ ਭੀਖਿਆ, ਜਾ ਕਉ ਮਹਿਲ ਹਜੂਰ ਦੂਰ ਦੂਜੇ ਨਿਵੈ ਕਿਸ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਛੂਟੈ ਤਾਕੈ ਬੋਲ ਸਾਹਿਬ ਨਦਰ ਜਿਸ, ਕੱਲੇ ਆਣੇ ਆਪ ਕੱਲੇ ਆਣੇ ਆਪ, ਜਿਸ ਨਾਹੀ ਦੂਜਾ ਮਤੈ ਕੋਏ, ਢਾਹੇ ਉਸਾਰੇ ਸਾਜ ਜਾਣੈ ਸਭ ਸੋਏ। ਨਾ ਵਾਹਿਗੁਰੂ ਨਾਉ ਨਾਨਕ ਬਖਸ਼ੀਸ, ਨਦਰੀ ਕਰਮ ਹੋਏ। ਇਹ ਸਾਰਾ ਸ਼ਬਦ ਗੁਰੂ ਅੰਗਦ ਸਾਹਿਬ ਜੀ ਨੇ ਸੁਣਾਇਆ। ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੁੰਦਾ ਹੈ ਪਿਆਰਿਓ, ਉਹਨਾਂ ਦਾ ਅੰਤਸ਼ਕਰਨ ਰੂਪੀ ਜਿਹੜਾ ਭਾਂਡਾ ਹੈ ਨਾ, ਉਹ ਮਹਾਰਾਜ ਫਿਰ ਆਪੇ ਹੀ ਸਵਾਰ ਦਿੰਦੇ ਆ, ਕਿਰਪਾ ਕਰਦੇ ਆ, ਦਇਆ ਕਰਦੇ ਆ। ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਸੀ। ਹੁਣ ਆਓ ਖਾਲਸਾ ਜੀ, ਆਪਾਂ ਅੱਗੋਂ ਸਾਰੀਆਂ ਸੰਗਤਾਂ ਧਰੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਸੇਵਕ ਬਣ ਕੇ ਸੇਵਾ ਕਰ ਰਹੇ ਆ, ਖਡੂਰ ਸਾਹਿਬ ਜੀ ਦੀ ਧਰਤੀ ਤੇ ਗਏ ਹੋਏ ਆ। ਇੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ, ਤਿਹ ਛਿਨ ਸੁਨ ਕੈ ਬੰਧਨ ਕੀਨੀ। ਤਖਤ ਮੱਲ ਨੇ ਭਾਈ ਲਹਿਣਾ ਜੀ ਦੇ ਮੁਖੋਂ ਜਦੋਂ ਸ਼ਬਦ ਸੁਣਿਆ, ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਪਹੁੰਚੀ, ਸ਼ਾਂਤੀ ਪ੍ਰਾਪਤ ਹੋਈ ਅਤੇ ਨਮਸਕਾਰ ਕੀਤੀ। ਭਾਉ ਬਿਖੈ ਮਤ ਸਭ ਕੀ ਭੀਨੀ। ਜਦੋਂ ਮਹਾਰਾਜ ਜੀ ਦੇ ਮੁਖੋਂ ਸ਼ਬਦ ਸੁਣਿਆ ਨਾ ਜੀ, ਭਾਈ ਲਹਿਣਾ ਜੀ ਦੇ ਮੁਖੋਂ, ਲਾਗੇ ਲਾਗੇ ਜਿੰਨੇ ਮਨੁੱਖ ਬੈਠੇ ਸੁਣ ਰਹੇ ਸਨ, ਸਾਰਿਆਂ ਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ ਜੀ, ਮਤ ਵਿੱਚ ਸ਼ਰਧਾ ਪ੍ਰਗਟ ਹੋ ਗਈ। ਇਸ ਪ੍ਰਕਾਰ ਮਿਲ ਕੀਨੋ ਗਵਨੰ। ਇਸ ਤਰੀਕੇ ਨਾਲ ਤਖਤ ਮੱਲ ਭਾਈ ਲਹਿਣਾ ਜੀ ਨੂੰ ਮਿਲ ਕੇ ਆਪਣੇ ਘਰ ਚਲੇ ਗਿਆ ਜੀ। ਹਾਂਜੀ। ਲਹਿਣਾ ਰਹਿਓ ਕਿਤਕ ਦਿਨ ਭਵਨੰ। ਭਾਈ ਲਹਿਣਾ ਜੀ ਕੁਝ ਦਿਨ ਆਪਣੇ ਘਰ ਵਿੱਚ ਰਹੇ ਜੀ। ਹਾਂਜੀ। ਕਬ ਇੱਕ ਛਿਨ ਚਿਤ ਪਰਚਿਤ ਨਾਹੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ, ਸੰਗਤ ਜੀ ਇਹ ਪਿਆਰ ਹੈ। ਭਾਈ ਲਹਿਣਾ ਜੀ ਠੀਕ ਹੈ ਆਪਣੇ ਨਗਰ ਖਡੂਰ ਸਾਹਿਬ ਆਏ ਹੈ, ਗੁਰੂ ਸਾਹਿਬ ਦਾ ਹੁਕਮ ਮੰਨ ਕੇ ਆਏ ਹੈ, ਪਰ ਕਦੀ ਵੀ ਇੱਕ ਛਿਨ ਵੀ ਉਹਨਾਂ ਦਾ ਮਨ ਜਿਹੜਾ ਉਹ ਘਰ ਵਿੱਚ ਨਹੀਂ ਲੱਗਦਾ ਜੀ, ਇੱਕ ਛਿਨ ਵੀ। ਤੇ ਮਾਫ ਕਰਿਓ, ਸਾਡਾ ਇੱਕ ਛਿਨ ਵੀ ਗੁਰੂ ਦੇ ਚਰਨਾਂ 'ਚ ਨਹੀਂ ਲੱਗਦਾ ਜੀ। ਹਾਂਜੀ। ਕਬ ਆਂਗਨ ਕਬ ਬਾਹਰ ਜਾਹੀ। ਆਮ ਬੰਦੇ ਦਾ ਇੱਕ ਛਿਨ ਨਹੀਂ ਲੱਗਦਾ ਘਰ ਜੀ।
ਵਾਹਿਗੁਰੂ ਗੁਰੂ ਜੀ ਦੇ ਚਰਨਾਂ 'ਚ। ਭਾਈ ਲਹਿਣਾ ਜੀ ਦਾ ਇੱਕ ਛਿਨ ਵੀ ਘਰ ਨਹੀਂ ਲੱਗਣ ਦਿਆ ਧਿਆਨ। ਕਦੀ ਵਿਹੜੇ ਵਿੱਚ ਚਲੇ ਜਾਂਦੇ ਆ ਸਾਧ ਸੰਗਤ ਜੀ, ਕਦੀ ਕਮਰੇ 'ਚ ਜਾਂਦੇ ਆ, ਕਦੀ ਬਾਰ-ਬਾਰ ਚਲੇ ਜਾਂਦੇ ਆ। ਹਾਂਜੀ, ਗੁਰ ਪਦ ਪੰਕਜ ਢਿਗ ਮਨ ਸ਼ੋਰਾ। ਕਿਉਂ? ਸਰੀਰ ਹੀ ਤੁਰ ਕੇ ਖਡੂਰ ਆਇਆ। ਸਾਧ ਸੰਗਤ ਜੀ, ਮਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੈ। ਹਾਂਜੀ, ਤਨ ਆਇਓ ਨਿਕੇਤ ਕੀ ਓਰਾ। ਸਰੀਰ ਘਰ ਆ ਗਿਆ, ਮਨ ਗੁਰੂ ਦੇ ਚਰਨਾਂ 'ਚ ਰਹਿ ਗਿਆ। ਤੇ ਇੱਥੇ ਇੱਕ ਬੇਨਤੀ ਕਰਕੇ ਫਿਰ ਚੱਲਾਂਗਾ ਅੱਗੇ। ਸੰਗਤ ਜੀ, ਇਹਨੂੰ ਕਹਿੰਦੇ ਚ ਸਨਮੁਖ। ਸਰੀਰ ਕਿਤੇ ਵੀ ਹੋਵੇ, ਮਨ ਗੁਰੂ ਦੀ ਯਾਦ ਵਿੱਚ ਰਵੇ ਜੀ। ਹਾਂਜੀ, ਕੈਸੇ ਹੋਏ ਚੈਨ ਮਨ ਮਾਹੀ। ਹੁਣ ਮਨ ਤਾਂ ਮਹਾਰਾਜ ਦੇ ਚਰਨਾਂ 'ਚ ਹੈ, ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਚੈਨ ਕਿਵੇਂ ਬੱਝੇਗਾ ਅੰਦਰ। ਹਾਂਜੀ, ਚੰਦ ਚਕੋਰ ਚੀਤ ਚਿਤ ਚਾਹੀ। ਜਿਵੇਂ ਚਕੋਰ ਦੀ ਚੰਦ ਨਾਲ ਪ੍ਰੀਤ ਹੁੰਦੀ ਹੈ, ਐਵੇਂ ਭਾਈ ਲਹਿਣਾ ਜੀ ਦੀ ਪ੍ਰੀਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੈ। ਲੋਚਨ ਕਮਲ ਰਹੈ ਅਲਸਾਏ। ਹਾਂਜੀ, ਬਿਨ ਆਪਣੋ ਪ੍ਰੀਤਮ ਰਵ ਪਾਏ। ਬਸ ਆਪਣੇ ਜਿਹੜੇ ਨੇਤਰ ਹੈ ਨਾ, ਉਹ ਸੱਜਲ ਰਹਿੰਦੇ ਆ ਤੇ ਅਲਸਾਏ ਰਹਿੰਦੇ ਆ। ਮਨ ਸਦਾ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਕੇ ਨਾ ਕਹੋ ਰਹੈ ਉਦਾਸਾ। ਕਰਤ ਨਾ ਸੁਧ ਉਰ ਕਾਜ ਅਵਾਸਾ। ਕਿਹ ਸੋ ਕਹੈ ਨਾ ਰਹੈ ਉਦਾਸਾ। ਭਾਈ ਲਹਿਣਾ ਜੀ ਫਿਰ ਦੱਸਦੇ ਵੀ ਕਿਸੇ ਨੂੰ ਨਹੀਂ ਜੀ, ਉਦਾਸ ਰਹਿੰਦੇ ਆ। ਤੇ ਕਰਤ ਨਾ ਸੁਧ ਔਰ ਕਾਜ ਅਵਾਸਾ। ਪਿਆਰਿਓ, ਘਰ ਦੇ ਕੰਮ ਦੀ ਕੋਈ ਸੋਝੀ ਨਹੀਂ ਹੈਗੀ। ਬਸ ਜੇ ਧਿਆਨ ਹੈਗਾ ਤੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਰਹੇ ਅਲਪ ਦਿਨ ਵਿੱਚ ਖਡੂਰੇ। ਬਸ ਮਸਾਂ ਥੋੜੇ ਦਿਨ ਖਡੂਰ ਸਾਹਿਬ ਦੇ ਵਿੱਚ ਰਹਿਣਾ ਕੀਤਾ ਭਾਈ ਲਹਿਣਾ ਜੀ ਨੇ। ਪੁੰਨ ਚਹਿ ਚੱਲਿਓ ਨਿਕਟ ਗੁਰ ਪੂਰੇ। ਬਸ ਫਿਰ ਕੀ ਸੀ, ਫਿਰ ਇੱਛਾ ਧਾਰਨ ਕੀਤੀ ਵੀ ਮਹਾਰਾਜ ਦਾ ਹੁਕਮ ਵੀ ਮੰਨ ਲਿਆ, ਘਰ ਰਹਿ ਲਿਆ, ਹੁਣ ਮਹਾਰਾਜ ਦੇ ਚਰਨਾਂ ਵਿੱਚ ਚੱਲਾਂ। ਸਭ ਹਿਨ ਸੋ ਮਿਲ ਕਰ ਹਿਤ ਸੰਗਾ। ਸਾਰਿਆਂ ਦੇ ਨਾਲ ਪਿਆਰ ਕੀਤਾ, ਪਰਿਵਾਰ ਵਾਲਿਆਂ ਨੂੰ ਮਿਲੇ ਇੱਕ ਵਾਰੀ ਜਾਣ ਲੱਗਿਆ। ਗਮਨਿਓ ਪੰਥ ਹਿਰਦੇ ਸੋ ਉਮੰਗਾ। ਸੋ ਸਭਨਾਂ ਨੂੰ ਮਿਲ ਕੇ ਬੜੇ ਚਾਅ ਦੇ ਨਾਲ ਭਾਈ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਤੇ ਪੈ ਗਏ। ਨਰ ਕਹਿ ਰਹੇ ਰਹੋ ਕੁਛ ਔਰੀ। ਖਡੂਰ ਸਾਹਿਬ ਦੇ ਲੋਕ ਆਖਣ ਵੀ ਅਜੇ ਥੋੜੇ ਦਿਨ ਹੋਰ ਰਹੋ। ਬਹੁਤ ਦਿਨ ਮੈਂ ਆਇਓ ਨਿਜ ਠੌਰੀ। ਵੀ ਬੜੇ ਦਿਨਾਂ ਬਾਅਦ ਤਾਂ ਆਏ ਹੋ, 3 ਸਾਲਾਂ ਬਾਅਦ ਆਏ ਹੋ, ਤੇ ਜਾਣ ਦੀ ਇੰਨੀ ਕਾਹਲੀ ਹੈ। ਯਥਾ ਜੋਗ ਸਭ ਸੋ ਕਹਿ ਨੀਕੇ। ਪਹੁੰਚਿਓ ਪੁਰ ਕਰਤਾਰ ਨਜ਼ਦੀਕੇ। ਪਰ ਸਾਰਿਆਂ ਨੂੰ ਜਥਾ ਜੋਗ ਆਖਿਆ। ਸਿਆਣੇ ਪੁਰਸ਼ ਜਥਾ ਜੋਗ ਗੱਲ ਕਰਦੇ ਆ, ਉਹ ਗੱਲ ਕਰਦੇ ਆ ਜਿਹੜੀ ਯੋਗ ਹੋਵੇ ਜੀ। ਜਥਾ ਯੋਗ ਸਭ ਨੂੰ ਆਖਿਆ ਵੀ ਭਾਈ ਨਹੀਂ ਹੁਣ ਮੈਨੂੰ ਜਾਣਾ ਪੈਣਾ। ਇਹ ਕਹਿ ਕੇ ਛੇਤੀ ਰਾਹ ਪੈ ਗਏ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚ ਗਏ। ਜਾਏ ਦਰਸ ਦੇਖਿਓ ਸੁਖਦਾਈ। ਤੇ ਸਾਧ ਸੰਗਤ ਜੀ ਗਏ ਆ ਤੇ ਜਾ ਕੇ ਧਰਮਸ਼ਾਲਾ ਵਿੱਚ ਪਹੁੰਚੇ ਆ ਤੇ ਜਗਤ ਦੇ ਮਾਲਕ ਆਪਣੇ ਪ੍ਰਾਣਾਂ ਦੇ ਆਧਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਲਹਿਣਾ ਜੀ ਨੇ ਦਰਸ਼ਨ ਕੀਤੇ ਹਨ। ਮਨ ਬਿਨ ਫਨੀ ਮਨੋ ਮਨ ਪਾਈ। ਸਾਧ ਸੰਗਤ ਜੀ, ਮਨ ਦੀ ਅਵਸਥਾ ਪਤਾ ਕਿਸ ਤਰ੍ਹਾਂ ਦੀ ਹੋਈ ਸੀਗੀ? ਜਿਵੇਂ ਕੋਈ ਸਾਧ ਸੰਗਤ ਜੀ ਨਾਗ ਹੋਵੇ ਤੇ ਉਹਦੀ ਮਣੀ ਗਵਾਚ ਜਾਵੇ, ਉਹ ਤੜਪਦਾ, ਪਰ ਜਦੋਂ ਉਹਦੀ ਮਣੀ ਲੱਭ ਜਾਵੇ ਉਹ ਟਿਕ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਪਿਆਰ ਹੈ। ਅਜੇ ਨਾਗ ਦਾ ਮਣੀ ਨਾਲ ਤੇ ਪਿਆਰ ਥੋੜਾ ਹੋ ਸਕਦਾ ਹੈ, ਪਰ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਬੜਾ ਪਿਆਰ ਹੈ। ਸ਼ਰਨ ਸ਼ਰਨ ਕਹਿ ਚਰਨ ਗਹਾਏ। ਬਸ ਕੋਲ ਪਹੁੰਚਦਿਆਂ ਦਰਸ਼ਨ ਕਰਦਿਆਂ ਹੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਨਮੋ ਕੀਨ ਪਰ ਦੰਡ ਸਮਾਨੇ। ਤੇ ਫਿਰ ਕੀ ਕੀਤਾ ਜੀ? ਪਿਆਰ ਵਾਲਿਆਂ ਦੀ ਖੇਡ ਵੇਖ ਲੋ।
ਡੰਡੇ ਵਾਂਗੂ ਲੰਮੇ ਪੈ ਕੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਜੀ। ਆ ਜਦੋਂ ਅਸੀਂ ਨਮਸਕਾਰ ਕਰਦੇ ਆ, ਸਾਡੇ 8 ਅੰਗ ਧਰਤੀ ਤੇ ਲੱਗਦੇ ਆ। ਗੋਡਾ ਲੱਗਦਾ ਹੈ, ਪਿੱਛੋਂ ਪੈਰ ਲੱਗਦੇ ਆ, ਹੱਥ ਲੱਗਦਾ, ਮੱਥਾ ਲੱਗਦਾ। ਇਹ 8 ਕੁ ਅੰਗ ਹੈ, ਇਹਨੂੰ ਅਸ਼ਟਾਂਗ ਕਹਿੰਦੇ ਆ। ਤੇ ਹੁਣ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਇਹ ਨਮਸਕਾਰ ਕਰੇ ਤੇ ਲੋਕ ਕਿੰਤੂ ਕਰਦੇ ਆ। ਸਿੱਖੋ ਕਰ ਡੰਡੌਤ ਪੁੰਨ ਵੱਡਾ ਹੈ। ਡੰਡੇ ਵਾਂਗੂ ਲੰਮੇ ਪੈ ਕੇ ਮੱਥਾ ਟੇਕਿਆ। ਪੁਰਖਾ ਭਲਾ ਕਰੈ ਕਰਤਾਰਾ। ਤੇ ਮਹਾਰਾਜ ਨੇ ਅੱਗੋਂ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੁਰਖਾ ਕਰਤਾਰ ਤੇਰਾ ਭਲਾ ਕਰੇ। ਕਿੱਡਾ ਵੱਡਾ ਆਸ਼ੀਰਵਾਦ ਹੈ। ਅਸ ਕਹਿ ਢਿੱਗ ਬਿਠਾਏ ਸਤਕਾਰਾ। ਸਤਕਾਰ ਦੇ ਨਾਲ ਆਪਣੇ ਕੋਲ ਬਿਠਾ ਲਿਆ ਬਾਅਦ ਵਿੱਚ। ਹਾਂਜੀ, ਲਹਿਣੇ ਤੂਰਨ ਹੀ ਚੱਲ ਆਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ, ਮਹਾਰਾਜ ਕਹਿੰਦੇ ਹੇ ਲੈਣੇ, ਕੀ ਗੱਲ ਛੇਤੀ ਚੱਲ ਕੇ ਆ ਗਏ ਹੋ, ਵਾਪਸੀ ਛੇਤੀ ਕਰ ਲਈ? ਹਾਂਜੀ, ਰਹਿਨ ਨਕੇਤ ਨਾ ਕਿਉਂ ਮਨ ਭਾਇਓ। ਕੀ ਗੱਲ ਘਰ ਨਹੀਂ ਸੀ ਰਹਿਣਾ, ਘਰ ਰਹਿਣ ਦਾ ਜੀ ਨਹੀਂ ਕੀਤਾ? ਹਾਂਜੀ, ਸਭ ਤੁਮ ਜਾਨੋ ਸ਼੍ਰੀ ਜਗਨਨਾਥਾ। ਤੇ ਲੈਣਾ ਜੀ ਹੁਣ ਹੱਥ ਜੋੜ ਲਏ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗੱਲ ਤੁਸੀਂ ਆਪ ਹੀ ਜਾਣਦੇ ਹੋ। ਹਾਂਜੀ, ਆਵਨ ਰਹਿਨ ਨਹੀਂ ਮੁਝ ਹੱਥਾ। ਨਾ ਮੇਰੇ ਹੱਥ ਵਿੱਚ ਆਉਣਾ ਤੇ ਨਾ ਮੇਰੇ ਹੱਥ ਵਿੱਚ ਜਾਣਾ ਹੈ। ਆਪਣੀ ਮਰਜ਼ੀ ਨਾਲ ਜਾ ਵੀ ਨਹੀਂ ਸਕਦਾ ਤੇ ਆਪਣੀ ਮਰਜ਼ੀ ਨਾਲ ਆ ਵੀ ਨਹੀਂ ਸਕਦਾ। ਆਣਾ ਜਾਣਾ ਮੇਰੇ ਹੱਥ ਵਿੱਚ ਨਹੀਂ ਹੈ। ਜਿਉਂ ਪਤੰਗ ਹੋਵੇ ਡੋਰ ਅਧੀਨਾ। ਮਹਾਰਾਜ ਮੇਰੀ ਹਾਲਤ ਇੰਝ ਹੈ ਜਿਵੇਂ ਪਤੰਗ ਹੋਵੇ, ਗੁੱਡੀ ਹੋਵੇ, ਤੇ ਉਸ ਪਤੰਗ ਦੀ ਜਿਹੜੀ ਡੋਰ ਹੈ ਉਹ ਕਿਸੇ ਦੇ ਅਧੀਨ ਹੁੰਦੀ, ਗੁੱਡੀ ਦੇ ਆਪਣੇ ਹੱਥ ਵਿੱਚ ਨਹੀਂ ਹੁੰਦੀ। ਹਾਂਜੀ, ਚਾਹੇ ਖਿਡਾਰ ਕਰਖ ਤਬ ਲੀਨਾ। ਖਿਡਾਰੀ ਜਦੋਂ ਚਾਵੇ ਗੁੱਡੀ ਹੇਠਾਂ ਲਾ ਲੇ, ਜਦੋਂ ਚਾਵੇ ਤਾਂ ਪਾ ਦੇ। ਹਾਂਜੀ, ਅਸ ਕਹਿ ਸੇਵ ਬਿਖੇ ਮਨ ਲਾਵਾ। ਬਸ ਇੰਨੀ ਗੱਲ ਹੀ ਕਹੀ ਤੇ ਮੁੜ ਭਾਈ ਲਹਿਣਾ ਜੀ ਨੂੰ ਕਹਿਣਾ ਨਹੀਂ ਪਿਆ। ਸਾਧ ਸੰਗਤ ਜੀ ਫਿਰ ਸੇਵਾ ਵਿੱਚ ਹੀ ਆਪਣਾ ਮਨ ਲਾ ਲਿਆ ਜੀ। ਹਾਂਜੀ, ਦੇਖਤ ਦਰਸ ਰਹਿਤ ਹੁਲਸਾਵਾ। ਤੇ ਕਰਦੇ ਕੀ ਆ, ਸੇਵਾ ਕਰਦੇ ਰਹਿੰਦੇ ਆ, ਦਰਸ਼ਨ ਕਰਦੇ ਰਹਿੰਦੇ ਆ, ਮਨ ਨੂੰ ਖੁਸ਼ੀ ਮਿਲੀ ਜਾਂਦੀ ਹੈ। ਇੰਨੀ ਬੜੀ ਖੁਸ਼ੀ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਹਾਂ, ਮੈਂ ਮਹਾਰਾਜ ਦੇ ਦਰਸ਼ਨ ਕਰਦਾ ਹਾਂ। ਇੰਨੀ ਬੜੀ ਵੱਡੀ ਖੁਸ਼ੀ ਹੈ। ਹੁਣ ਇੱਥੇ ਪ੍ਰਸੰਗ ਸੰਪੂਰਨਤਾ ਹੈ, ਨਵਾਂ ਪ੍ਰਸੰਗ ਆਰੰਭ ਹੁੰਦਾ। ਇੱਕ ਬੇਨਤੀ ਧਿਆਨ ਨਾਲ ਸੁਣਿਓ। ਸਾਡੇ ਵਰਗਾ ਬੰਦਾ ਹੋਵੇ, ਉਹਨੂੰ ਘਰੋਂ ਸੱਦਣਾ ਪੈਂਦਾ ਵੀ ਹੁਣ ਆ ਵੀ ਜਾ, ਤੇ ਬੰਦਾ ਵਾਪਸ ਬੈਗ ਗੇਰ ਹੀ ਨਹੀਂ ਪਾਉਂਦਾ, ਆਪਣਾ ਆਉਂਦਾ ਹੀ ਨਹੀਂ ਜੀ, ਗੱਡੀ ਘਮਾਉਂਦਾ ਹੀ ਨਹੀਂ ਇਸ ਪਾਸੇ। ਪਰ ਪਿਆਰ ਵਾਲਿਆਂ ਦੀ ਖੇਡ ਵੇਖ ਲਓ। ਗੁਰੂ ਸਾਹਿਬ ਕਹਿ ਰਹੇ ਆ, ਲੈਣਾ ਜੀ ਕੀ ਗੱਲ ਛੇਤੀ ਵਾਪਸ ਆ ਗਏ? ਕਿਉਂ? ਕਿਉਂਕਿ ਖਿੱਚ ਹੀ ਐਸੀ ਹੈ, ਪਿਆਰ ਹੀ ਐਸਾ ਹੈ। ਹਾਂਜੀ, ਦੋਹਰਾ ਸਮ ਦਮ ਨੇਮ ਵਿਗਾਰ ਯਮ ਕਰੁਣਾ ਸਤ ਸੰਤੋਖ। ਹਾਂਜੀ, ਸਤਿਗੁਰ ਕੇ ਪ੍ਰਸਾਦ ਤੇ ਹਵੈ ਮਨ ਮਾਲੀ ਪੋਖ। ਹੁਣ ਇੱਥੇ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਸਮਝਾਉਂਦੇ ਆ। ਕਹਿੰਦੇ ਸਿੱਖੋ ਆਪਣੇ ਮਨ ਨੂੰ ਮਾਲੀ ਬਣਾਓ, ਆਪਣੇ ਮਨ ਨੂੰ ਮਾਲੀ ਬਣਾਓ। ਮਾਲੀ ਦਾ ਕੀ ਕੰਮ ਹੈ? ਬੂਟੇ ਲਾਉਣੇ, ਚੰਗੇ ਬੂਟੇ ਲਾਉਣੇ, ਜਿਹੜੇ ਮਾੜੇ ਆ ਉਹ ਪੁੱਟ ਦੇਣੇ। ਤੇ ਆਪਣੇ ਮਨ 'ਚ ਕਾਹਦਾ ਬੂਟਾ ਲਾਉਣਾ ਹੈ? ਸਮ ਦਾ ਲਾਉਣਾ ਹੈ, ਨੇਮ ਦਾ ਲਾਉਣਾ ਹੈ, ਵੈਰਾਗ ਦਾ ਲਾਉਣਾ ਹੈ, ਯਮ ਦਾ ਲਾਉਣਾ ਹੈ, ਸਤ ਦਾ ਲਾਉਣਾ ਹੈ, ਸੰਤੋਖ ਦਾ ਲਾਉਣਾ ਹੈ। ਭਾਵ ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ, ਨੇਤਰਾਂ ਨੂੰ, ਕੰਨਾਂ ਨੂੰ, ਜੀਭ ਨੂੰ, ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ, ਇਹਦਾ ਬੂਟਾ ਲਾਉਣਾ। ਫਿਰ ਆਪਣੇ ਮਨ ਨੂੰ ਕੰਟਰੋਲ 'ਚ ਰੱਖਣਾ, ਇਹਦਾ ਬੂਟਾ ਲਾਉਣਾ। ਪਰਮੇਸ਼ਰ ਦੀ, ਸਤਿਗੁਰੂ ਜੀ ਦੀ ਬਾਣੀ ਪੜ੍ਹਨ ਦਾ, ਨੇਮ ਬਣਾਉਣ ਦਾ ਬੂਟਾ ਆਪਣੇ ਮਨ ਵਿੱਚ ਲਾਉਣਾ। ਵੈਰਾਗ ਦਾ ਬੂਟਾ ਲਾਉਣਾ ਹੈ, ਸਤ ਦਾ ਲਾਉਣਾ ਹੈ, ਸੰਤੋਖ ਦਾ ਲਾਉਣਾ ਹੈ। ਕਹਿਣ ਲੱਗੇ ਆਪਣੇ ਅੰਦਰ ਨਾ ਇਹ ਬੂਟੇ ਲਾਓ, ਭਾਵ ਸ਼ੁਭ ਗੁਣ ਧਾਰਨ ਕਰੋ,
ਸਰੀਰ ਨੂੰ ਧਰਤੀ ਬਣਾਓ, ਆਪਣੇ ਅੰਦਰ ਇਹ ਬੂਟੇ ਲਾਓ ਤੇ ਇਹ ਖੇਤੀ ਕਰੋ। ਇਹਨੂੰ ਗੁਰਮੁਖ ਮਹਾਂਪੁਰਖ ਪਤਾ ਕੀ ਕਹਿੰਦੇ ਆ? ਸ਼ੁਭ ਗੁਣਾਂ ਦੀ ਖੇਤੀ ਕਰਨੀ। ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦੇ, ਸਾਧ ਸੰਗਤ ਜੀ, ਕਈ ਆਪਣੇ ਅੰਦਰ ਔਗੁਣਾਂ ਦੀ ਖੇਤੀ ਕਰਦੇ ਆ। ਔਗੁਣਾਂ ਦੀ ਖੇਤੀ ਕੀ ਹੈ? ਸਦਾ ਕ੍ਰੋਧ ਦੇ ਵਿੱਚ ਰਹਿਣਾ, ਸਦਾ ਗੁੱਸੇ ਦੇ ਵਿੱਚ ਰਹਿਣਾ, ਫਿਰ ਕਾਮ ਦੀ ਪ੍ਰਵਿਰਤੀ ਆਪਣੇ ਮਨ ਵਿੱਚ ਰੱਖਣਾ, ਝੂਠ ਬੋਲਣਾ, ਲਾਲਚ ਰੱਖਣਾ। ਇਹ ਔਗੁਣ ਜਦੋਂ ਵੱਧਦੇ ਜਾਂਦੇ ਆ, ਇਹਨੂੰ ਕਹਿੰਦੇ ਔਗੁਣਾਂ ਦੀ ਖੇਤੀ। ਤੇ ਇੱਕ ਗੱਲ ਚੇਤਾ ਰੱਖਿਓ, ਜਿਹੜਾ ਬੰਦਾ ਕੰਡੇ ਬੀਜ ਲੈਂਦਾ ਉਹਨੂੰ ਕਦੀ ਫਲ ਨਹੀਂ ਮਿਲਦੇ। ਔਗੁਣਾਂ ਦੀ ਖੇਤੀ ਨੂੰ ਫਲ ਕੀ ਆ? ਕੰਡੇ ਨੇ। ਤੇ ਇਹ ਜਿਹੜੇ ਗੁਣਾਂ ਦੀ ਖੇਤੀ ਕਵੀ ਸੰਤੋਖ ਸਿੰਘ ਦੱਸ ਰਹੇ ਆ, ਇਹਨੂੰ ਸਾਧ ਸੰਗਤ ਜੀ ਸ਼ੁਭ ਫਲ ਲੱਗਦੇ ਆ। ਸੋ ਮਨ ਨੂੰ ਮਾਲੀ ਬਣਾਉਣਾ ਹੈ। ਮਨ ਨਿਸ਼ਚਿਤ ਕਰੇ ਵੀ ਕਿਹੜੀ ਚੀਜ਼ ਆਪਣੇ ਅੰਦਰ ਰੱਖਣੀ ਹੈ, ਕਿਹੜੀ ਨਹੀਂ ਰੱਖਣੀ। ਮਾਲੀ ਨਿਸ਼ਚਿਤ ਕਰਦਾ। ਹਾਂਜੀ। ਚੌਪਈ ਸ਼੍ਰੀ ਗੁਰ ਕਿਰਖੀ ਕਾਜ ਕਰਾਮ ਹੈ। ਕਵੀ ਸੰਤੋਖ ਸਿੰਘ ਜੀ ਦਾ ਵੀ ਜਵਾਬ ਨਹੀਂ ਹੈ। ਕਿਉਂ? ਕਿਉਂਕਿ ਸਾਧ ਸੰਗਤ ਦੀ ਖੇਤੀ ਦੀ ਗੱਲ ਆਈ ਨਾ, ਤੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਦੋਹਰਾ ਵੀ ਖੇਤੀ ਦਾ ਹੀ ਲਿਖ ਦਿੱਤਾ ਉਹਨਾਂ ਨੇ। ਕਹਿੰਦੇ ਭਾਈ ਸਿੱਖੋ, ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਖੇਤੀ ਕਰਾ ਰਹੇ ਆ। ਬਾਹਰ ਦੀ ਵੀ ਕਰਾ ਰਹੇ ਆ, ਅੰਦਰ ਦੀ ਵੀ ਕਰਾ ਰਹੇ ਆ। ਬਾਹਰ ਦੀ ਤੁਹਾਨੂੰ ਪਤਾ ਹੈ, ਅੰਦਰ ਦੀ ਦਾ ਹੁਣੇ ਤੁਸੀਂ ਸੁਣਿਆ। ਹਾਂਜੀ। ਅਨੇਕ ਸਿੱਖ ਮਿਲਕਾਰ ਕਮਾਵੇ ਹੈ। ਬੜੇ ਸਿੱਖ ਆਉਂਦੇ ਆ ਮਹਾਰਾਜ ਜੀ ਦੀ ਹਜ਼ੂਰੀ ਵਿੱਚ, ਆ ਕੇ ਕੰਮ ਕਰਦੇ ਆ, ਸੇਵਾ ਕਰਦੇ ਹਨ। ਹੋਵੇ ਹੈ ਅੰਨ ਅਤੋਟ ਕਿਦਾਰਾ। ਤੇ ਹੁੰਦਾ ਕੀ ਹੈ? ਅਤੁੱਟ ਲੰਗਰ ਚੱਲਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ। ਅਤੁੱਟ ਲੰਗਰ ਚੱਲਦਾ ਹੈ, ਕੋਈ ਟੋਟਾ ਨਹੀਂ ਪੈਦਾ ਹੁੰਦਾ। ਖਲਵਾਰੇ ਬਹੁ ਲੱਗਹਿ ਅਪਾਰਾ। ਅਪਾਰ ਖਲਵਾੜੇ ਲੱਗਦੇ ਆ। ਖੇਤੀ ਜਿਹੜੀ ਹੈ ਉਹ ਬੜੀ ਬ੍ਰਿਧੀ ਕਰਦੀ ਹੈ। ਦਰ ਲਓ ਕੋਠੇ ਭਰ ਕਰ ਸਾਰੇ। ਕਹਿੰਦੇ ਆ ਇੰਨਾ ਝਾੜ ਹੁੰਦਾ, ਇੰਨਾ ਝਾੜ ਹੁੰਦਾ, ਦਰਵਾਜ਼ਿਆਂ ਤੱਕ ਸਾਰੇ ਕੋਠੇ ਹੀ ਭਰੇ ਜਾਂਦੇ ਆ। ਬਰਕਤ ਹੈ ਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੋ ਖੇਤੀ ਕਰਾ ਰਹੇ ਆ, ਬਰਕਤ ਕਿਉਂ ਨਾ ਪਵੇ। ਹਾਂਜੀ। ਦੇਗ ਚਲਾਵੇਂ ਸਦਾ ਉਦਾਰੇ। ਤੇ ਹੁੰਦਾ ਕੀ ਹੈ? ਉਸ ਅੰਨ ਦੇ ਨਾਲ ਸਦਾ ਦੇਗ ਚੱਲਦੀ ਹੈ, ਲੰਗਰ ਚੱਲਦਾ ਹੈ। ਦੇਨ ਲੱਗਹਿ ਹੋਵਨ ਭੁਨ ਸਾਰਾ। ਤੇ ਸਵੇਰ ਹੁੰਦਿਆਂ ਹੀ ਸਾਧ ਸੰਗਤ ਦੀ ਜਿਹੜਾ ਲੰਗਰ ਹੈ ਉਹ ਆਰੰਭ ਹੋ ਜਾਂਦਾ। ਜਾਮ ਨਿਸਾ ਲਓ ਅਕੁੱਟ ਆਹਾਰਾ। ਰਾਤ ਤੱਕ ਫਿਰ ਗੁਰੂ ਕਾ ਲੰਗਰ ਅਤੋਟੀ ਚੱਲਦਾ ਹੈ, ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ। ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ। ਫਿਰ ਉੱਥੇ ਕਿਹੜਾ ਕੇਵਲ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਆਉਂਦੀਆਂ ਨੇ, ਦੂਰ ਦੂਰ ਦੇਸ਼ਾਂ ਤੋਂ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚ ਰਹੀਆਂ ਹਨ। ਆਵਹਿ ਦਰਸ ਕਰੈ ਸੁਖ ਕੰਦਾ। ਸੁੱਖਾਂ ਦੇ ਦਾਤੇ, ਸੁੱਖਾਂ ਨੂੰ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਸੰਗਤਾਂ। ਬ੍ਰਹਮਚਾਰੀ ਜੇ ਬਿਰਾਗੀ ਗਿਆਨੀ। ਫਿਰ ਕੇਵਲ ਆਮ ਗ੍ਰਸਤੀ ਨਹੀਂ ਆਉਂਦੇ ਮਹਾਰਾਜ ਜੀ ਦੀ ਹਜ਼ੂਰੀ 'ਚ। ਕਿਉਂ? ਮਹਾਰਾਜ ਜਗਤ ਗੁਰੂ ਹਨ, ਪਾਤਸ਼ਾਹਾਂ ਦੇ ਪਾਤਸ਼ਾਹ ਹਨ, ਆਪ ਨਿਰੰਕਾਰ ਹਨ ਧਰਤੀ ਤੇ। ਬੜੇ ਬੜੇ ਬ੍ਰਹਮਚਾਰੀ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਪਹੁੰਚਦੇ ਆ। ਬੜੇ ਬੜੇ ਬੈਰਾਗੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਪਹੁੰਚ ਰਹੇ ਆ। ਬੜੇ ਬੜੇ ਵੱਡੇ ਵਿਦਵਾਨ ਵੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਨ। ਤਪੀ ਅਤੀਤ ਦਿਗੰਬਰ ਧਿਆਨੀ। ਬੜੇ ਬੜੇ ਤਪੀਸ਼ਰ, ਬੜੇ ਬੜੇ ਅਤੀਤ ਦਿਗੰਬਰ ਬਿਨਾ ਕੱਪੜਿਆਂ ਵਾਲੇ ਵੀ ਆਉਂਦੇ ਆ। ਧਿਆਨੀ ਧਿਆਨ ਲਾਵੈ। ਸਾਧ ਸੰਗਤ ਜੀ, ਧਿਆਨੀ ਲੋਕ ਜਿਹੜੇ ਆ, ਜਿਹੜੇ ਧਿਆਨ ਸਾਧਨਾ ਕਰਦੇ ਆ, ਉਹ ਵੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ, ਦਰਸ਼ਨ ਕਰਦੇ ਹਨ। ਜੋਗੀ ਪੰਡਿਤ ਬਹੁ ਸੰਨਿਆਸੀ। ਫਿਰ ਬੜੇ ਬੜੇ ਜੋਗੀ ਵੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ। ਬੜੇ ਬੜੇ ਪੰਡਿਤ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਰਹੇ ਆ। ਬੜੇ ਬੜੇ ਸੰਨਿਆਸੀ ਪਹੁੰਚ ਰਹੇ ਹਨ। ਹਿੰਦੂ ਤੁਰਕ ਆਵੇਂ ਗੁਰ ਪਾਸੀ। ਫਿਰ ਧਰਮ ਦਾ ਕੋਈ ਵਿਤਕਰਾ ਨਹੀਂ ਹੈ। ਹਿੰਦੂ ਵੀ ਆਉਂਦੇ ਆ
ਤੇ ਸਤਿਗੁਰੂ ਜੀ ਦੇ ਕੋਲ ਤੁਰਕ ਵੀ ਆਉਂਦੇ ਐ। ਰਾਏ ਰੰਕ ਜੋ ਧਰ ਅਬਲਾਖਾ। ਕੋਈ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਜਾਵੇ ਮੇਰੇ ਸਤਿਗੁਰੂ ਦੀ, ਭਾਵੇਂ ਉਹ ਗਰੀਬ ਹੋਵੇ ਭਾਵੇਂ ਉਹ ਅਮੀਰ ਹੋਵੇ, ਸਾਰੇ ਹੀ ਅਭਿਲਾਸ਼ਾ ਧਾਰਨ ਕਰਕੇ ਮਨ ਵਿੱਚ ਇੱਛਾ ਧਾਰ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ। ਦਰਸ਼ਨ ਕਰਹਿ ਸੋ ਪੂਰਹਿ ਕਾਂਖਾ। ਤੇ ਕੀ ਕਰਦੇ ਆ? ਸੋਹਣੇ ਦਰਸ਼ਨ ਕਰਦੇ ਸੱਚੇ ਪਾਤਸ਼ਾਹ ਜੀ ਦੇ। ਤੇ ਜੋ ਵੀ ਆ ਕੇ ਦਰਸ਼ਨ ਕਰਦਾ ਉਹਦੀ ਕਾਮਨਾ ਪੂਰੀ ਹੁੰਦੀ, ਭਾਵੇਂ ਬ੍ਰਹਮਚਾਰੀ ਹੋਵੇ, ਗਿਆਨੀ ਹੋਵੇ, ਧਿਆਨੀ ਹੋਵੇ, ਬੈਰਾਗੀ ਹੋਵੇ, ਜੋਗੀ ਹੋਵੇ, ਤਪੀ ਹੋਵੇ, ਦਿਗੰਬਰ ਹੋਵੇ, ਪੰਡਤ ਹੋਵੇ, ਸੰਨਿਆਸੀ ਹੋਵੇ, ਹਿੰਦੂ ਹੋਵੇ, ਤੁਰਕ ਹੋਵੇ, ਜਿਹੜਾ ਵੀ ਆਉਂਦਾ ਉਹਦੀ ਭਾਵਨਾ ਮਹਾਰਾਜ ਪੂਰੀ ਕਰ ਦਿੰਦੇ ਹਨ। ਦੇਹੇ ਉਪਾਇਨ ਲੇਹ ਸੋ ਨਾਹੀ। ਹੁਣ ਆ ਕੇ ਲੋਕ ਭੇਟਾਵਾਂ ਵੀ ਬੜੀਆਂ ਦਿੰਦੇ ਆ, ਪਰ ਮਹਾਰਾਜ ਲੈਂਦੇ ਨਹੀਂ ਹੈ। ਮਹਾਰਾਜ ਪ੍ਰਵਾਨ ਨਹੀਂ ਕਰਦੇ। ਮਹਾਰਾਜ ਕਹਿੰਦੇ ਭਾਈ ਹੋਰਨਾਂ ਨੂੰ ਜਾ ਕੇ ਦੇ ਦਿਓ, ਕਿਉਂ ਮਹਾਰਾਜ ਤਾਂ ਦਾਤੇ ਨੇ ਸੱਚੇ ਪਾਤਸ਼ਾਹ, ਅਸੀਂ ਲੋਕ ਕੀ ਦੇ ਸਕਦੇ ਆ ਉਹਨਾਂ ਨੂੰ। ਹਾਂਜੀ, ਕੀਰਤ ਪਸਰੀ ਸਭ ਭਵ ਮਾਹੀ। ਬਸ ਸਾਰੀ ਧਰਤੀ ਤੇ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਚਲੇ ਗਈ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕੀਰਤ ਪਸਰ ਗਈ ਹੈ। ਫਿਰ ਹੈ ਕਿ ਪ੍ਰਾਂਤ ਮਹੱਲਨ ਭੂਲੀ। ਹਾਂਜੀ, ਸਭ ਜਗ ਕਿਦਾਂ ਚੰਬੇਲੀ ਫੂਲੀ। ਕਹਿਣ ਲੱਗੇ ਜਿਵੇਂ ਚਮੇਲੀ ਦਾ ਫੁੱਲ ਖਿੜਦਾ ਹੈ, ਆਸੇ ਪਾਸੇ ਖੁਸ਼ਬੂ ਹੁੰਦੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਗੁਣਾਂ ਦੀ ਖੁਸ਼ਬੂ ਸਾਰੇ ਸੰਸਾਰ ਵਿੱਚ ਫੈਲ ਗਈ ਹੈ। ਇਹ ਕੀਰਤੀ ਮਾਨੋ ਹੰਸਾਂ ਦੀ ਡਾਰ ਹੈ ਸਾਧ ਸੰਗਤ ਦੀ, ਤੇ ਜਿਵੇਂ ਜਾਂਦੀ ਹੈ ਸੋਹਣੀ ਲੱਗਦੀ ਹੈ। ਇਸੇ ਤਰ੍ਹਾਂ ਮਹਾਰਾਜ ਗਰੀਬ ਨਵਾਜ ਜੀ ਦੀ ਕੀਰਤੀ ਜਿਹੜੀ ਹੈ ਉਹ ਫੈਲੀ ਸਾਰਿਆਂ ਨੂੰ ਬੜੀ ਵਧੀਆ ਲੱਗਦੀ ਹੈ। ਹਾਂਜੀ, ਚੰਦਰ ਚੰਦਰਿਕਾ ਘਰ ਘਰ ਛਾਈ। ਜਿਵੇਂ ਚੰਦ ਦੀ ਚਾਂਦਨੀ ਜਿਹੜੀ ਹੈ ਉਹ ਘਰ ਘਰ ਵਿੱਚ ਪ੍ਰਵੇਸ਼ ਕਰਦੀ ਹੈ, ਐਵੇਂ ਮਹਾਰਾਜ ਜੀ ਦੀ ਸਿਫਤ ਜਿਹੜੀ ਹੈ ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਸਾਰੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਫੈਲ ਗਈ। ਜਹ ਕਹਿ ਪਾਰ ਨਾ ਪਾਇਓ ਜਾਈ। ਬਸ ਜਿੱਥੇ ਕਿੱਥੇ ਹੈ ਪਾਰ ਨਹੀਂ ਪਾਇਆ ਜਾ ਸਕਦਾ। ਸਾਰੇ ਪਾਸੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਫੈਲ ਗਈਆਂ। ਸੁਨ ਕੈ ਸੋ ਜਸ ਹੋਤ ਮਨ ਚਾਊ। ਤੇ ਸਾਧ ਸੰਗਤ ਜਿਹੜੇ ਪ੍ਰੇਮੀ ਨੇ ਉਹ ਜਦੋਂ ਮਹਾਰਾਜ ਦਾ ਜਸ ਆਪਣੇ ਕੰਨਾਂ ਤੋਂ ਸੁਣਦੇ ਆ ਨਾ, ਬਸ ਉਹਨਾਂ ਦੇ ਅੰਦਰ ਤੇ ਮਾਨੋ ਅੰਮ੍ਰਿਤ ਹੀ ਚਲੇ ਜਾਂਦਾ ਹੈ। ਬੜਾ ਉਹਨਾਂ ਦੇ ਮਨਾਂ ਵਿੱਚ, ਪ੍ਰੇਮੀਆਂ ਦੇ ਹਿਰਦੇ ਵਿੱਚ ਚਾਅ ਵੱਜਦਾ। ਜਿਵੇਂ ਪ੍ਰੇਮੀ ਸੰਗਤਾਂ ਜਦੋਂ ਇਹ ਕਥਾ ਸੁਣਦੀਆਂ ਨਾ, ਉਹ ਫਿਰ ਖੁਸ਼ ਹੋਈ ਜਾਂਦੀਆਂ ਕਥਾ ਸੁਣ ਸੁਣ ਕੇ, ਉਹਨਾਂ ਦੇ ਅੰਦਰ ਚਾਅ ਵੱਜਦਾ ਹੈ ਜੀ। ਹਾਂਜੀ, ਆਏ ਬਿਲੋਕੈ ਧਰ ਕੇ ਭਾਊ। ਤੇ ਫਿਰ ਸੁਣ ਸੁਣ ਕੇ ਜਸ ਸੰਗਤਾਂ ਪ੍ਰੇਮ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ। ਦੂਰ ਹੁਤੇ ਸਭ ਬਿਦ ਬਦ ਟੋਲਾ। ਦੂਰ ਹੁਤੇ ਸਭ ਬਦ ਬਦ ਟੋਲਾ। ਟੋਲੇ ਬੰਨ ਬੰਨ ਕੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਕੋਈ ਕਾਂਸ਼ੀ ਚੋਂ ਆ ਰਿਹਾ ਸਾਧ ਸੰਗਤ ਜੀ, ਕੋਈ ਕਿਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ। ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਟੋਲੇ ਬੰਨ ਬੰਨ ਕੇ ਆ ਰਹੀਆਂ, ਜਿਨ੍ਹਾਂ ਵਿੱਚ ਬੱਚੇ ਨੇ, ਬੁੱਢੇ ਨੇ, ਨੌਜਵਾਨ ਨੇ। ਹਾਂਜੀ, ਹਵੈ ਸਮੀਪ ਸੁਖ ਲਹੈ ਅਮੋਲਾ। ਸਾਰੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨੇੜੇ ਹੁੰਦੇ ਆ ਕੇ ਦਰਸ਼ਨ ਕਰਦੇ ਆ। ਤੇ ਹਰ ਕੋਈ ਆ ਕੇ ਨਾ ਇੱਕ ਕੰਮ ਮਹਿਸੂਸ ਕਰਦਾ, ਉਹ ਕੀ? ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਸੁੱਖ ਬੜਾ ਮਿਲਦਾ ਜੀ। ਨਾਮ ਦਾ ਜੋ ਪ੍ਰਤਾਪ ਹੈ। ਹਾਂਜੀ, ਸ਼੍ਰੀ ਨਾਨਕ ਸਾਰੇ। ਸਾਰੇ ਕੀ ਕਹਿੰਦੇ ਆ? ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਉਪਮਾ ਕੇ ਜੁਤ ਸਰਬ ਉਚਾਰੇ। ਸਾਰੇ ਕਹਿੰਦੇ ਆ ਇਹ ਵਾਕਈ ਇਹਨਾਂ ਦੀ ਉਪਮਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਆ ਕੇ ਸਾਰੇ ਉਪਮਾ ਕਰਦੇ ਆ। ਆਪ ਜਿੰਨੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਦੀ ਸਿਫਤ ਸੁਣ ਰਹੇ ਹੋ,
ਹੱਥ ਜੋੜ ਕੇ ਪਿਆਰ ਨਾਲ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਏਕ ਸਮੈ ਸੰਗਤ ਬਹੁ ਆਈ। ਇੱਕ ਸਮੇਂ ਦੀ ਗੱਲ ਹੁਣ ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਕਹਿੰਦੇ ਆ ਬੜੀ ਸੰਗਤ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਈ। ਕਵੀ ਸੰਤੋਖ ਸਿੰਘ ਜੀ ਅੱਗੇ ਜਾ ਕੇ ਗਿਣਤੀ ਲਿਖਣਗੇ, 24,000 ਪ੍ਰੇਮੀਆਂ ਦਾ ਇਕੱਠ ਸੀਗਾ ਉਦੋਂ। ਹਾਂਜੀ। ਚੌਹਾਂ ਦਿਸ਼ ਤੇ ਕਛ ਗੁਣ ਨਾ ਜਾਈ। ਕਹਿੰਦੇ ਚਾਰੇ ਪਾਸਿਓਂ ਆ ਗਈ, ਗਿਣਤੀ ਨਾ ਹੋਵੇ ਕਿੰਨੀ ਕੁ ਸੰਗਤ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਈ ਹੈ। ਕਈ ਹਜ਼ਾਰ ਨਗਰ ਕਰਤਾਰਾ। ਮਤਲਬ ਕਈ ਹਜ਼ਾਰ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਹੈ। ਮਾਨਵ ਮਿਲੈ ਨਾ ਪਾਇਤ ਪਾਰਾ। ਬਸ ਮਨੁੱਖ ਇੱਕ ਦੂਜੇ ਨੂੰ ਮਿਲਦੇ ਆ, ਇਕੱਠੇ ਹੁੰਦੇ ਆ, ਅੰਦਾਜ਼ਾ ਲਾਉਂਦੇ ਆ, ਪਾਰ ਨਹੀਂ ਪਾਇਆ ਜਾਂਦਾ ਕਿੰਨੀ ਕੁ ਸੰਗਤ ਹੈ। ਧਰਹਿ ਕਾਮਨਾ ਦਰਸ਼ਨ ਕਰਹੀ। ਸੰਗਤ ਕਾਮਨਾ ਧਰਦੀ ਹੈ, ਇੱਛਾ ਧਰਦੀ ਹੈ। ਕਿਉਂ? ਸੰਸਾਰੀ ਲੋਕ ਨੇ, ਗ੍ਰਸਤੀ ਹਨ, ਸੰਸਾਰੀ ਹੈ ਤੇ ਸੰਸਾਰੀਆਂ ਦੀਆਂ ਮੰਗਾਂ ਤੇ ਫਿਰ ਹੁੰਦੀਆਂ ਹੀ ਹੈ। ਜਿਹੜਾ ਕੋਈ ਆ ਕੇ ਸਤਿਗੁਰੂ ਜੀ ਦੇ ਕੋਲੋਂ ਕੋਈ ਮੰਗ ਮੰਗਦਾ ਹੈ, ਬਿਨ ਸੰਸੈ ਮਨ ਬਾਂਸ਼ਤ ਪੁਰਹੀ। ਭਾਈ ਸੰਤੋਖ ਸਿੰਘ ਜੀ ਦੱਸਦੇ ਆ, ਕਹਿੰਦੇ ਕੋਈ ਸ਼ੱਕ ਨਹੀਂ ਹੈ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੀ ਇੱਛਾ ਪੂਰੀ ਹੋ ਹੀ ਜਾਂਦੀ ਹੈ। ਜੋ ਕੋਈ ਮੰਗਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਉਹੋ ਹੀ ਦੇ ਦਿੰਦੇ ਆ। ਦਾਤੇ ਨੇ ਸੱਚੇ ਪਾਤਸ਼ਾਹ। ਭਾਈ ਵਿਭਾਵਰ ਕੀਨ ਬਸੇਰਾ। ਸੋ ਸੰਗਤਾਂ ਨੇ ਬੜੀ ਵੱਡੀ ਗਿਣਤੀ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਬਸੇਰਾ ਕੀਤਾ। ਕਿੰਨਾ ਵੱਡਾ ਪ੍ਰਬੰਧ ਹੋਏਗਾ ਇੰਨੀ ਸੰਗਤ ਨੂੰ ਸਵਾਉਣਾ, ਰੱਖਣਾ, ਕਰਨਾ। ਹਾਂਜੀ। ਪੁਰ ਕੇ ਚੌਹਾਂ ਦਿਸ਼ ਪਸਰਿਓ ਡੇਰਾ। ਬਸ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਨੇੜੇ ਵੀ ਚਾਰੇ ਪਾਸੇ ਸੰਗਤਾਂ ਦੇ ਆਸਣ ਹੀ ਆਸਣ ਸਨ ਜੀ। ਬੜੀ ਵੱਡੀ ਗਿਣਤੀ ਵਿੱਚ ਆ ਕੇ ਸੰਗਤਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਤਬ ਹੀ ਘਟ ਘੂਮਰ ਘਿਰ ਆਈ। ਬਸ ਉਧਰੋਂ ਮਹਾਰਾਜ ਦੀ ਖੇਡ ਵਰਤੀ। ਸਾਧ ਸੰਗਤ ਜੀ ਮਹਾਰਾਜ ਆਪ ਹੀ ਪ੍ਰੀਖਿਆ ਲੈਣ ਵਾਸਤੇ ਮਾਇਆ ਵਰਤਾ ਦਿੰਦੇ ਆ। ਕਈ ਵਾਰੀ ਮਹਾਰਾਜ ਬਚਾ ਕੇ ਰੱਖਣ। ਕਹਿੰਦੇ ਆ ਬਦਲਾਂ ਦੀਆਂ ਘਟਾ ਘਿਰ ਕੇ ਆ ਗਈ ਇੱਕਦਮ। ਬਰਖਤ ਜਲ ਕੀ ਸ਼ਹਿਬਰ ਲਾਈ। ਤੇ ਫਿਰ ਰੱਜ ਕੇ ਮੀਂਹ ਪਿਆ, ਰੱਜ ਕੇ ਐ ਜਲ ਥਲ ਹੋ ਗਈ ਇੱਕ ਵਾਰੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ। ਬੀਤੀ ਨਿਸ ਪੁੰਨ ਭਾ ਭੁਨ ਸਾਰਾ। ਰਾਤ ਬਤੀਤ ਹੋ ਗਈ ਸਾਧ ਸੰਗਤ ਜੀ, ਅਗਲਾ ਦਿਨ ਚੜ ਗਿਆ। ਸਗਰਿਓ ਦਿਵਸ ਪਰ ਤਰਹਿਓ ਬਾਰਾ। ਪਰ ਮਹਾਰਾਜ ਦੀ ਖੇਡ ਅਗਲਾ ਸਾਰਾ ਦਿਨ ਵੀ ਮੀਂਹ ਪੈਂਦਾ ਹੀ ਰਿਹਾ ਜੀ, ਮੀਂਹ ਨਹੀਂ ਰੁਕਿਆ। ਬਾਹਰ ਨਾ ਹਟੀ ਬਿਤੇ ਦਿਨ 2 ਦਿਨ ਹੋ ਗਏ ਆ ਸਾਧ ਸੰਗਤ ਜੀ। ਮੀਂਹ ਜਿਹੜਾ ਹੈ ਉਹ ਬੰਦ ਹੀ ਨਹੀਂ ਹੋ ਰਿਹਾ, ਮੀਂਹ ਪਈ ਜਾ ਰਿਹਾ। ਬਿਨ ਆਹਾਰ ਆਤੁਰ ਸਭ ਕੋ। ਹੁਣ ਉਹਦੇ ਵਿੱਚ ਇੱਕ ਚੱਕਰ ਵਰਤ ਗਿਆ। ਉਹ ਕੀ? ਮੀਂਹ ਪਵੇ ਲੰਗਰ ਨਹੀਂ ਤਿਆਰ ਹੋਇਆ। ਉਦੋਂ ਕਿਹੜੇ ਪੱਕੇ ਲੈਂਟਰ ਸਨ, ਬਾਹਰ ਹੀ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਸੀ। ਹੁਣ ਮੀਂਹ ਪਈ ਜਾਵੇ, ਦਾਲ ਪ੍ਰਸ਼ਾਦੇ ਗੱਫੇ ਫੁਲਕੇ ਤੇ ਦਾਲਾਂ ਚੌਲ ਭਾਜੇ ਜਿਹੜੇ ਉਹ ਨਹੀਂ ਬਣੇ ਜੀ। ਮੀਂਹ ਪਈ ਜਾਵੇ ਸਾਰੇ ਕਿਤੇ। ਹਾਂਜੀ। ਭੋਜਨ ਕਰਨ ਨਹੀਂ ਵਿਦ ਹੋਈ। ਮਤਲਬ ਕੋਈ ਵਿਧੀ ਨਹੀਂ ਬਣ ਸਕੀ ਜਿਹਦੇ ਨਾਲ ਲੰਗਰ ਪੱਕਦਾ ਜੀ। ਹਾਂਜੀ। ਭੁੱਖੀ ਬਹੁਤ ਭਈ ਸਭ ਲੋਈ। ਹੁਣ ਸੰਗਤਾਂ ਨੂੰ ਭੁੱਖ ਵੀ ਲੱਗੀ ਹੈ, ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦੇ ਦੀ ਵੀ ਜ਼ਰੂਰਤ ਹੈ। ਹਾਂਜੀ। ਅਵਸਰ ਕਰਨ ਨਾ ਪਾਏ ਆਹਾਰਾ। ਪਰ ਮੌਕਾ ਹੀ ਨਹੀਂ ਦਿੱਤਾ ਮੀਂਹ ਨੇ ਵੀ ਮੀਂਹ ਹਟਦਾ ਤੇ ਗੱਫਾ ਪਾਣੀ ਪੱਕਦਾ, ਪ੍ਰਸ਼ਾਦਾ ਬਣਦਾ। ਜਹ ਜਹ ਪਸਰ ਰਹਿਓ ਬਹੁ ਬਾਰਾ। ਜਿੱਥੇ ਕਿੱਥੇ ਉਧਰ ਹੀ ਮੀਂਹ ਪਵੇ, ਮੀਂਹ ਪੈਣੋਂ ਹਟੇ ਹੀ ਨਾ। ਹਾਂਜੀ। ਸ਼੍ਰੀ ਗੁਰ ਤਬ ਧਰਮਸਾਲ ਮਝਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਸੁੱਖ ਦੇਣ ਵਾਲੇ ਮਹਾਰਾਜ ਧਰਮਸ਼ਾਲਾ ਵਿੱਚ ਆਪ ਬੈਠੇ ਐ। ਹੋਤੇ ਬੈਠੇ ਭੀਰ ਤਹ ਭਾਰੀ। ਸੰਗਤ ਵੀ ਮਹਾਰਾਜ ਜੀ ਦੇ ਲਾਗੇ ਲਾਗੇ ਬੈਠੀ ਐ ਸਾਰੀ। ਹਾਂਜੀ। ਦੋਹਰਾ ਸ਼੍ਰੀ ਚੰਦ ਲਖਮੀ ਚੰਦ ਪ੍ਰਿਤ ਲਹਿਣਾ ਅਰ ਨਰ ਬ੍ਰਿੰਦ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਵਾਹਿਗੁਰੂ ਬਾਬਾ ਲਖਮੀ ਚੰਦ ਜੀ ਦੋਵੇਂ ਭਰਾ
ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ, ਹੋਰ ਜਿਹੜੇ ਸਿੱਖ ਹੈ ਜਿੰਨੇ ਕੁ ਧਰਮਸ਼ਾਲਾ ਦੇ ਵਿੱਚ ਬੈਠ ਸਕਦੇ ਸਨ, ਬੈਠੇ ਸਰਬ ਸਮੀਪ ਹੀ ਮਧ ਬੇਦੀ ਕੁਲ ਚੰਦ। ਉਹ ਸਾਰੇ ਮਹਾਰਾਜ ਦੇ ਲਾਗੇ ਲਾਗੇ ਬੈਠੇ ਐ ਤੇ ਵਿਚਕਾਰ ਬੇਦੀ ਕੁਲ ਦੇ ਚੰਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਐ ਸੱਜੇ ਐ। ਚਉਪਈ ਸਭ ਸੰਗਤ ਕੋ ਭੂਖ ਬਿਸਾਲਾ। ਕੁਝ ਸੰਗਤ ਧਰਮਸ਼ਾਲਾ ਵਿੱਚ ਸੀ, ਬਾਕੀ ਆਪਣੇ ਆਪਣੇ ਆਸਣਾਂ ਤੇ ਸੀ। ਮੀਂਹ ਬੜਾ ਪੈ ਰਿਹਾ ਸੀ ਤੇ ਹੁਣ ਥੋੜਾ ਜਿਹਾ ਸਮਾਂ ਮੀਂਹ ਰੁਕਿਆ ਸੀ ਤੇ ਸਾਰੀ ਸੰਗਤ ਨੂੰ ਭੁੱਖ ਲੱਗੀ ਹੈ, ਪ੍ਰਸ਼ਾਦੇ ਦੀ ਜ਼ਰੂਰਤ ਹੈ। ਵਿਆਪੀ ਪੀਰਾ ਲਖੀ ਕਿਰਪਾਲਾ। ਸੰਗਤ ਆਖੇ ਤੇ ਨਾ ਮਹਾਰਾਜ ਨੂੰ ਵੀ ਮਹਾਰਾਜ ਭੁੱਖ ਲੱਗੀ ਹੈ, ਪਰ ਵਿਆਪੀ ਪੀਰਾ ਲਖੀ ਕਿਰਪਾਲਾ, ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਹੈ ਵੀ ਸੰਗਤਾਂ ਨੂੰ ਭੁੱਖ ਲੱਗੀ ਹੈ, ਕਹਿ ਕੋਈ ਨਹੀਂ ਰਿਹਾ। ਸ਼੍ਰੀ ਚੰਦ ਹੈ ਕੋ ਆਏ ਸਕੀਨੰ। ਸ਼੍ਰੀ ਚੰਦ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਗਿਆ ਕੀਤੀ। ਬਰਖਾ ਹੋਤ ਬਿਤੇ ਦਿਨ ਤੀਨੰ। ਸਾਧ ਸੰਗਤ ਇਸ ਤਰੀਕੇ ਨਾਲ 3 ਦਿਨ ਲੰਘ ਗਏ ਸੀ। ਮਹਾਰਾਜ ਕਹਿੰਦੇ ਸ਼੍ਰੀ ਚੰਦ 3 ਦਿਨ ਹੋ ਗਏ ਆ ਮੀਂਹ ਪੈਂਦੇ ਆ। ਭਾਈ ਸ਼ੁਧਾ ਤੁਰ ਸੰਗਤ ਭੂਰੀ। ਤੇ ਸੰਗਤ ਨੂੰ ਬੜੀ ਭੁੱਖ ਲੱਗੀ ਹੋਈ ਹੈ। ਹਾਂਜੀ, ਉਠੋ ਤਾਤ ਕੀਜੈ ਕ੍ਰਿਤ ਰੂਰੀ। ਪੁੱਤਰ ਉਠੋ ਤੇ ਉੱਠ ਕੇ ਇਹ ਕੰਮ ਕਰੋ। ਤਰ ਕਿੱਕਰ ਕੇ ਵਹਿਰ ਜੋ ਠਾਂਡੇ। ਜਿਹੜਾ ਬਾਹਰ ਵੱਡਾ ਕਿੱਕਰ ਦਾ ਰੁੱਖ ਖਲੋਤਾ ਹੈ ਨਾ, ਭਾਵ ਖੜਾ ਹੈ, ਲੱਗਾ ਹੈ, ਚੜ ਉਪਰ ਝੂਟਹੋਂ ਗਾਂਡੇ। ਉਸ ਕਿੱਕਰ ਤੇ ਚੜ ਜਾਓ ਤੇ ਉਹਨੂੰ ਹਿਲਾਓ। ਮਹਾਰਾਜ ਕਹਿਣ ਲੱਗੇ ਹਾਂਜੀ, ਅਨਕ ਪ੍ਰਕਾਰ ਆਹਾਰ ਸੋ ਗਿਰਹੀ। ਤੇ ਪੁੱਤਰ ਉਹਦੇ ਤੋਂ ਕਈ ਤਰੀਕੇ ਦਾ ਪ੍ਰਸ਼ਾਦਾ ਜਿਹੜਾ ਹੈ ਭੋਜਨ ਉਹ ਡਿੱਗੇਗਾ, ਹੇਠਾਂ ਉਤਰੇਗਾ। ਸੰਗਤ ਖਾਏ ਸ਼ੁਦਾ ਸੋ ਕਰਹੀ। ਉਹ ਪ੍ਰਸ਼ਾਦਾ ਸੰਗਤ ਛਕੇਗੀ ਤੇ ਸੰਗਤਾਂ ਦੀਆਂ ਜਿਹੜੀ ਭੁੱਖ ਹੈ ਸੰਗਤ ਦੀ ਉਹ ਦੂਰ ਹੋਵੇਗੀ। ਬਾਹਰ ਜਬੈ ਬਰਖਾ ਹਟ ਜਾ ਹੈ। ਹੋਏ ਸੁਖੀ ਤਬ ਸਦਨ ਸਦਾ ਹੈ। ਫਿਰ ਜਦੋਂ ਵਰਖਾ ਪੱਕੇ ਤੌਰ ਤੇ ਕੁਝ ਦਿਨਾਂ ਵਾਸਤੇ ਰੁਕ ਜਾਏਗੀ, ਫਿਰ ਸੰਗਤਾਂ ਸੁਖੀ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੀਆਂ। ਸ਼੍ਰੀ ਚੰਦ ਬਾਣੀ ਸੁਣ ਤਪ ਰਾਹੀ। ਪਿਤ ਕੇ ਬਚ ਪ੍ਰੀਤ ਜਿਸ ਨਾਹੀ। ਸਾਧ ਸੰਗਤ ਜੀ, ਜਦੋਂ ਬਾਬਾ ਸ਼੍ਰੀ ਚੰਦਰ ਜੀ ਨੇ ਬਚਨ ਸੁਣਿਆ ਤੇ ਮਹਾਰਾਜ ਦੇ ਬਚਨ ਤੇ ਇਤਬਾਰ ਨਾ ਕੀਤਾ ਜੀ, ਭਰੋਸਾ ਨਾ ਕੀਤਾ। ਇੱਥੇ ਬਾਬਾ ਸ਼੍ਰੀ ਚੰਦਰ ਜੀ ਨੂੰ ਕਸੂਰਵਾਰ ਨਾ ਸਮਝਿਓ। ਇਹ ਸਾਧ ਸੰਗਤ ਦੀ ਮਹਾਰਾਜ ਦੀ ਆਪਣੀ ਖੇਡ ਹੈ। ਹਾਂਜੀ, ਬਿਟਪਨ ਸੰਗ ਅਸਨ ਕਿਨ ਲਾਇਓ। ਉਹ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਬ੍ਰਿਛਾਂ ਨਾ ਭੋਜਨ ਕਿੰਨੇ ਲਾਇਆ। ਹਾਂਜੀ, ਅਵਲੋਕਿਓ ਨਹਿ ਕਿਸੂ ਸੁਨਾਇਓ। ਅੱਜ ਤੱਕ ਕਦੀ ਨਾ ਵੇਖਿਆ ਤੇ ਦੂਰ, ਸੁਣਿਆ ਵੀ ਨਹੀਂ ਹੈ। ਕਦੀ ਰੁੱਖਾਂ ਨੂੰ ਭੋਜਨ ਵੀ ਲੱਗਦਾ ਹੈ। ਪੂਰਬ ਕਬੈ ਨਾ ਹੋਈ ਐਸੇ। ਨਾ ਅੱਜ ਤੱਕ ਕਦੀ ਇਸ ਤਰ੍ਹਾਂ ਹੋਇਆ ਹੈ। ਆਪ ਬਚਨ ਭਾਖਤ ਹੋ ਜੈਸੇ। ਜਿਵੇਂ ਤੁਸੀਂ ਕਰ ਰਹੇ ਹੋ ਨਾ, ਕਹਿ ਰਹੇ ਹੋ, ਉਵੇਂ ਨਹੀਂ ਹੋਇਆ ਕਦੀ। ਹਾਂਜੀ, ਸਿੱਧ ਮੁਨੀ ਅਰ ਜੇ ਅਵਤਾਰਾ। ਬੜੇ ਬੜੇ ਸਿੱਧ ਹੋਏ ਆ, ਬੜੇ ਬੜੇ ਮੁਨੀਸ਼ਵਰ ਹੋਏ ਆ, ਬੜੇ ਬੜੇ ਅਵਤਾਰ ਹੋਏ ਆ ਧਰਤੀ ਤੇ। ਕਿਨਹੂ ਅਸ ਨਹਿ ਬਚਨ ਉਚਾਰਾ। ਪਰ ਐਸਾ ਬਚਨ ਨਹੀਂ ਕੀਤਾ ਕਿਸੇ ਨੇ ਜਿਹੜਾ ਤੁਸੀਂ ਅੱਜ ਕਰ ਰਹੇ ਹੋ। ਜਿਉ ਬਪਰੀਤ ਆਪ ਫਰਮਾਵੋ। ਇਹ ਵਿਪਰੀਤ ਹੁੰਦਾ ਪੁੱਠਾ। ਕਹਿੰਦੇ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਹਾਂਜੀ, ਹਾਉ ਨਾ ਕਰੋ ਨਰ ਬੀਚ ਲਜਾਵੋ। ਮੈਂ ਤਾਂ ਨਹੀਂ ਇਹ ਪੁੱਠਾ ਕੰਮ ਕਰਨਾ, ਮੈਂ ਤਾਂ ਨਹੀਂ ਕਰਨਾ। ਮੈਂ ਐਵੇਂ ਮਨੁੱਖਾਂ ਵਿੱਚ ਸ਼ਰਮਸਾਰ ਹੋਵਾਂਗਾ। ਕਿਉਂ? ਰੁੱਖਾਂ ਨੂੰ ਕਿਹੜਾ ਭੋਜਨ ਲੱਗਾ, ਕਿਹੜਾ ਉੱਤੇ ਹਲਵਾਈ ਬੈਠਾ ਹੈ, ਮਠਿਆਈਆਂ ਡਿੱਗਦੀਆਂ। ਹਾਂਜੀ, ਜਾਣਿਓ ਤਾਤ ਪ੍ਰਤੀਤ ਬਹੀਨਾ। ਮਹਾਰਾਜ ਨੇ ਜਾਣਿਆ ਸ਼੍ਰੀ ਚੰਦਰ ਜੀ ਨੂੰ ਸਾਡੇ ਬਚਨ ਤੇ ਭਰੋਸਾ ਨਹੀਂ ਹੈ। ਪ੍ਰਭ ਤਬ ਦੁਤੀਏ ਸੰਗ ਬਚ ਕੀਨਾ। ਤਬ ਪ੍ਰਭ ਦੁਤੀਏ ਸੰਗ ਬਚ ਕੀਨਾ। ਮਹਾਰਾਜ ਨੇ ਬਾਬਾ ਲਖਮੀ ਚੰਦ ਜੀ ਨੂੰ ਆਖਿਆ, ਲਖਮੀ ਦਾਸ ਸੁਨੋ ਸੁਤ ਆਇਸ। ਪੁੱਤਰ ਲਖਮੀ ਦਾਸ
ਸਾਡੀ ਆਗਿਆ ਸੁਣੋ। ਕਰੋ ਕਿਰਤ ਇਹ ਬਿਮਲ ਗਵਾਇਸ। ਦੇਰ ਨਾ ਕਰੋ, ਛੇਤੀ ਕਰੋ ਜਿਹੜਾ ਕਾਰਜ ਅਸੀਂ ਕਿਹਾ ਹੈ। ਵਹਿਰ ਮਹੀ ਰਹੋ ਝੂਣੋ ਜਾਈ। ਬਾਹਰਲੇ ਬ੍ਰਿਛ ਨੂੰ ਜਾ ਕੇ ਝੂਣੋ, ਭਾਵ ਹਲਾਓ। ਹਾਂਜੀ, ਸੰਗਤ ਸਗਰੀ ਲਿਹੋ ਬੁਲਾਈ। ਤੇ ਸੰਗਤ ਸਾਰੀ ਵੀ ਸੱਦ ਲੋ, ਜਿਹੜੀ ਜਿਹੜੀ ਜਿੱਥੇ ਜਿੱਥੇ ਬੈਠੀ ਹੈ ਸਾਰੀ ਸੰਗਤ ਨੂੰ ਸੱਦ ਲੋ। ਬਹੁ ਭੂਖੇ ਤ੍ਰਿਪਤਾਵੋ ਆਛੇ। ਸੰਗਤਾਂ ਭੁੱਖੀਆਂ ਹਨ, ਪ੍ਰਸ਼ਾਦਾ ਨਹੀਂ ਤਿਆਰ ਹੋ ਸਕਿਆ, ਤੇ ਸਾਰੀਆਂ ਸੰਗਤਾਂ ਨੂੰ ਐ ਰਜਾ ਦਿਓ ਇਸ ਵਾਰ। ਹਾਂਜੀ, ਕਰਹਿ ਨਹੀਂ ਤਬ ਆਵੋ ਪਾਛੇ। ਤੇ ਕਰਹਿ ਨਹੀਂ ਤਬ ਆਵਹੁ ਪਾਛੇ। ਕਹਿਣ ਲੱਗੇ ਜਦੋਂ ਜਿੰਨਾ ਚਿਰ ਤੱਕ ਰੱਜ ਨਾ ਜਾਣ ਸੰਗਤਾਂ, ਉਹਨਾਂ ਚਿਰ ਤੱਕ ਵਾਪਸ ਨਹੀਂ ਆਉਣਾ। ਜਦੋਂ ਕਹਿ ਦੇਣ ਵੀ ਹੁਣ ਅਸੀਂ ਰੱਜ ਗਏ, ਹੁਣ ਨਹੀਂ ਛਕਣਾ, ਫੇਰ ਹੀ ਵਾਪਸ ਆਇਓ। ਤਿਸ ਬਿਦ ਉੱਤਰ ਦੀਨੋ ਤਾਹੀ। ਪਰ ਬਾਬਾ ਲਖਮੀ ਦਾਸ ਜੀ ਨੇ ਵੀ ਮਹਾਰਾਜ ਜੀ ਨੂੰ ਇਸੇ ਤਰ੍ਹਾਂ ਉੱਤਰ ਦਿੱਤਾ, ਪਿਤਰ ਜਾਏ ਚਿਤ ਮਾਨਤ ਨਾਹੀ। ਜਿਵੇਂ ਵੱਡੇ ਭਾਈ ਨੇ ਦਿੱਤਾ ਸੀ। ਆਪਣੇ ਪਿਤਾ ਜੀ ਦੀ ਆਗਿਆ ਨੂੰ ਮੰਨਿਆ ਨਹੀਂ। ਮੈਂ ਫਿਰ ਬੇਨਤੀ ਕਰਾਂਗਾ, ਭਗਤੀ ਇਹਨਾਂ ਦੀ ਵੀ ਬੜੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਪੁੱਤਰ ਬਣ ਕੇ ਪੈਦਾ ਹੋਏ, ਛੋਟੀ ਗੱਲ ਨਹੀਂ ਹੈ। ਇਹ ਹੈ ਮਹਾਰਾਜ ਦੀ ਖੇਡ ਹੈ। ਉਹ ਖੇਡ ਤੁਹਾਨੂੰ ਹੁਣੇ ਪਤਾ ਲੱਗਣੀ ਹੈ। ਹਾਂਜੀ, ਦ્વੈ ਸੁਤ ਲਖੇ ਪ੍ਰਤੀਤ ਨ ਆਈ। ਮਹਾਰਾਜ ਨੇ ਵੇਖਿਆ ਸਾਡੇ ਦੋਵਾਂ ਪੁੱਤਰਾਂ ਨੇ ਸਾਡੇ ਬਚਨ ਤੇ ਭਰੋਸਾ ਨਹੀਂ ਕੀਤਾ। ਉਚਿਤ ਨਾ ਇਹ ਵਿਸ਼ਾਲ ਵਡਿਆਈ। ਇਹਨਾਂ ਨੂੰ ਸਾਡੇ ਬਚਨ ਤੇ ਭਰੋਸਾ ਨਹੀਂ ਆਇਆ। ਵਡਿਆਈ ਜਿਹੜੀ ਬਹੁਤ ਵੱਡੀ ਹੈ ਜਗਤ ਵਿੱਚ ਸਾਡੀ ਗੁਰਤਾ ਦੀ, ਉਹ ਇਹਨਾਂ ਨੂੰ ਨਹੀਂ ਮਿਲਣੀ, ਉਹਦੇ ਉਚਿਤ ਨਹੀਂ ਹਨ। ਹਾਂਜੀ, ਉੱਤਮ ਹੁਤੋ ਜੋ ਦਾਸਨ ਮਾਹੀ। ਕਿਉਂ? ਵਡਿਆਈ ਤੇ ਪਹਿਲਾਂ ਹੀ ਧੁਰ ਦਰਗਾਹ ਤੋਂ ਲੈ ਕੇ ਆਏ ਸਨ ਭਾਈ ਲਹਿਣਾ ਜੀ, ਸ੍ਰੀ ਗੁਰੂ ਅੰਗਦ ਸਾਹਿਬ। ਉਹ ਦਾਸਾਂ ਵਿੱਚ ਖਲੋਤੇ ਸਨ। ਲਹਿਣੇ ਸੰਗ ਗਿਰਾ ਪੁਨ ਪ੍ਰਾਹੀ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਲਹਿਣਾ ਜੀ ਨੂੰ ਇਸ ਤਰੀਕੇ ਨਾਲ ਬਚਨ ਕੀਤਾ, ਲਹਿਣੇ ਉਠੋ ਸੋ ਲਹਿਣਾ ਤੋਹੀ। ਮਹਾਰਾਜ ਕਹਿੰਦੇ ਲੈਣੇ ਉਠੋ, ਤੁਸੀਂ ਹੀ ਲੈਣਾ ਹੈ। ਹੁਣ ਇਹ ਗੱਲ ਦਾ ਕਿਸੇ ਨੂੰ ਕੀ ਪਤਾ ਸਤਿਗੁਰਾਂ ਨੇ ਕੀ ਆਖਿਆ। ਹਾਂਜੀ, ਤੂਰਨ ਕਰੋ ਜੋ ਆਇਸ ਮੋਹੀ। ਜੋ ਅਸੀਂ ਆਖਿਆ ਉਹ ਛੇਤੀ ਪੂਰੀ ਕਰੋ। ਸੰਗਤ ਲੇਹੋ ਸੰਗਤ ਸਗਰੀ ਲੇਹੋ ਪਿਛਾਰੀ। ਸਾਰੀ ਸੰਗਤ ਆਪਣੇ ਪਿੱਛੇ ਲਾਓ, ਆਪਣੇ ਨਾਲ ਲੈ ਚੱਲੋ। ਹਵੈ ਤੁਮ ਜਾਵੋ ਸਭਨ ਅਗਾਰੀ। ਤੁਸੀਂ ਸਾਰਿਆਂ ਦੇ ਅੱਗੇ ਲੱਗੋ। ਅਸਲ 'ਚ ਆਉਣ ਵਾਲੇ ਸਮੇਂ 'ਚ ਜੋ ਅੱਗੇ ਲਾਉਣਾ ਸਤਿਗੁਰਾਂ ਨੇ, ਮਹਾਰਾਜ ਪਹਿਲਾਂ ਹੀ ਸਾਰਾ ਕੁਝ ਕਰਾ ਰਹੇ ਹੈ। ਹਾਂਜੀ, ਵਹਿਰ ਜੇ ਸਾਖੀ ਝੂਣੋ ਨੀਕੇ। ਬਾਹਰ ਜੋ ਕਿੱਕਰ ਦਾ ਦਰਖਤ ਹੈ ਉਹਨੂੰ ਜਾ ਕੇ ਚੰਗੀ ਤਰ੍ਹਾਂ ਹਿਲਾਵੋ। ਦੇਹੋ ਆਹਾਰ ਭਾਵ ਤੇ ਜੀ ਕੇ। ਤੇ ਜੋ ਸੰਗਤਾਂ ਨੂੰ ਭਾਵਦਾ, ਜੋ ਸੰਗਤ ਦੇ ਮਨ ਦੀ ਇੱਛਾ, ਉਹ ਸੰਗਤ ਨੂੰ ਦੇ ਦਿਓ। ਹਾਂਜੀ, ਸੁਨ ਕਰ ਤਨ ਪਰ ਪਟ ਨਾ ਸੰਭਾਰਾ। ਹਾਂਜੀ, ਉੱਠ ਕੇ ਤੂਰਨ ਨਿਕਸਿਓ ਦੁਆਰਾ। ਤੇ ਵੇਖ ਲਓ ਫਿਰ ਸਤ ਬਚਨ ਦੀ ਖੇਡ। ਮੈਂ ਇੱਥੇ 1 ਮਿੰਟ ਬੇਨਤੀ ਕਰਾਂਗਾ, ਸੁਣ ਕੇ ਭਾਈ ਲਹਿਣਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਕੱਪੜਿਆਂ ਨੂੰ ਵੀ ਨਹੀਂ ਸਾਂਭਿਆ, ਭਾਵ ਕੱਪੜੇ ਵੀ ਨਹੀਂ ਚਾੜੇ, ਉਸੇ ਵੇਲੇ ਹੀ ਤੁਰ ਪਏ। ਕਿਉਂ? ਗੁਰੂ ਦਾ ਹੁਕਮ ਮੰਨਣਾ ਹੀ ਬੜੀ ਵੱਡੀ ਸਿੱਖੀ ਹੈ। ਉਸੇ ਵੇਲੇ ਹੀ ਤੁਰ ਪਏ ਹੈ, ਕੋਈ ਤਰਕ ਨਹੀਂ ਕੀਤੀ। ਮਹਾਰਾਜ ਮਠਿਆਈ ਕਿਵੇਂ ਡਿੱਗੇਗੀ, ਰੁੱਖ ਤੋਂ ਕਿਵੇਂ ਭੋਜਨ ਡਿੱਗੇਗਾ, ਕੋਈ ਤਰਕ ਨਹੀਂ ਕੀਤੀ। ਉੱਠ ਕੇ ਤੂਰਨ ਨਿਕਸਿਓ ਦੁਆਰਾ, ਬਾਹਰ ਦਰਵਾਜ਼ੇ ਵਾਲੇ ਪਾਸੇ ਨੂੰ ਤੁਰ ਪਏ। ਸਗਰੀ ਸੰਗਤ ਸੰਗ ਬੁਲਾਈ। ਸਾਰੀ ਸੰਗਤ ਨੂੰ ਸੱਦਾ ਭੇਜਤਾ। ਜਿਹੜੀਆਂ ਜਿਹੜੀਆਂ ਸੰਗਤਾਂ ਆਪੋ ਆਪਣੇ ਆਸਣਾਂ ਤੇ ਸਨ, ਸਾਰੀ ਸੰਗਤ ਬੁਲਾ ਲਈਏ। ਬਿਟਪ ਬਿਲੋਕ ਚੜਿਓ ਤਬ ਧਾਈ। ਤੇ ਬਾਹਰ ਫਿਰ ਕਿੱਕਰ ਦਾ ਰੁੱਖ ਵੇਖ ਕੇ ਭਾਈ ਲਹਿਣਾ ਜੀ ਰੁੱਖ ਦੇ ਉੱਤੇ ਚੜ ਗਏ ਜਾ ਕੇ। ਹਾਂਜੀ, ਗਹੇ ਪ੍ਰਕਾਂਡ ਸਜੋਰ ਹਿਲਾਏ। ਗਹੇ ਪ੍ਰਕਾਂਡ ਭਾਵ ਟਾਹਣੀਆਂ ਫੜ ਲੀਆਂ, ਸੁਜੋਰ ਹਿਲਾਏ। ਬੜੇ ਜ਼ੋਰ ਜ਼ੋਰ ਦੀ ਟਾਹਣੀਆਂ ਜਦੋਂ ਰੁੱਖ ਤੇ ਚੜ ਕੇ ਹਿਲਾਈਆਂ, ਗਿਰਤ ਬਿਖੇ ਭੋਜਨ ਬਹੁ ਪਾਏ। ਤੇ ਬਸ ਫਿਰ ਕੀ ਸੀਗਾ,
ਸਾਧ ਸੰਗਤ ਜੀ ਉਸ ਕਿੱਕਰ ਦੇ ਰੁੱਖ ਤੋਂ ਭੋਜਨ ਡਿੱਗਣਾ ਸ਼ੁਰੂ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆ ਪਹਿਲਾ ਚਾਂਸ ਧਰਤੀ ਤੇ ਹੋਇਆ, ਅੱਜ ਤੱਕ ਕਦੀ ਇੰਜ ਨਹੀਂ ਸੀ ਹੋਇਆ। ਸਾਧ ਸੰਗਤ ਜੀ ਸਾਰੇ ਵੇਖ ਰਹੇ ਆ, ਮਨ ਭਾਉਂਦੇ ਪਦਾਰਥ ਜਿਹੜੇ ਆ ਉਹ ਰੁੱਖ ਤੋਂ ਹੇਠਾਂ ਆਉਣ ਲੱਗ ਪਏ ਜੀ। ਹਾਂਜੀ ਮੋਦਕ ਸਸਕੁਲ ਪਰਪਾ ਪੂਰੀ। ਹੁਣ ਸੁਣੋ ਕੀ ਕੀ ਆਇਆ। ਕਵੀ ਸੰਤੋਖ ਸਿੰਘ ਦੱਸਦੇ, ਕਹਿੰਦੇ ਐ ਕਿੱਕਰ ਤੋਂ ਲੱਡੂ ਡਿੱਗੇ ਐ, ਜਲੇਬੀਆਂ ਆਈਆਂ ਨੇ, ਬੜੇ ਬੜੇ ਪੂੜੇ ਆਏ ਐ, ਪੂੜੀਆਂ ਵੀ ਆਈਆਂ ਹਨ, ਪੇਖਤ ਸਰਬ ਭਾ ਅਚਰਜ ਭੂਰੀ। ਸਬਜ਼ੀਆਂ ਭਾਜੀਆਂ ਆ ਰਹੀਆਂ ਹੇਠਾਂ। ਸਾਧ ਸੰਗਤ ਜੀ ਭਾਵ ਸਬਜ਼ੀਆਂ ਭਾਜੀਆਂ ਦਾ ਭਾਵ ਇਹੋ ਲੱਡੂ ਜਲੇਬੀਆਂ ਪੂੜੇ ਪੂੜੀਆਂ ਇਹ ਜਿਹੜੇ ਪਦਾਰਥ ਸਨ ਇਹ ਆਏ ਸਨ ਹੇਠਾਂ। ਸੋ ਲੱਡੂ ਜਦੋਂ ਡਿੱਗਦੇ ਵਿਖੇ, ਜਲੇਬੀਆਂ ਆਈਆਂ, ਪੂੜੇ ਥੱਲੇ ਡਿੱਗਦੇ ਵਿਖੇ, ਤੇ ਥੱਲੇ ਸੰਗਤਾਂ ਨੇ ਛੇਤੀ ਛੇਤੀ ਵਿਛਾਏ ਬਸਤਰ, ਛੇਤੀ ਛੇਤੀ ਰੱਖੇ ਬਰਤਨ, ਤੇ ਸਾਧ ਸੰਗਤ ਜੀ ਨਾਲੇ ਸੰਗਤਾਂ ਹੈਰਾਨ ਤੇ ਨਾਲੇ ਖੁਸ਼ੀ ਦੇ ਨਾਲ ਛਕਣ। ਅਧਿਕ ਸ਼ੁਦਾ ਮੈਂ ਹੁਤੇ ਬਿਹਾਲਾ। ਕਿਉਂ ਭੁੱਖ ਬੜੀ ਸੀ ਨਾ ਲੱਗੇ ਤੇ ਬਿਹਾਲ ਹੋਏ ਪਏ ਸਨ ਭੁੱਖ ਨਾਲ। ਤੇ ਤੁਹਾਨੂੰ ਪਤਾ ਜਦੋਂ ਭੁੱਖੇ ਨੂੰ ਇੱਕਦਮ ਪ੍ਰਸ਼ਾਦਾ ਮਿਲਦਾ ਅਗਲਾ ਟੁੱਟ ਕੇ ਪੈਂਦਾ ਪ੍ਰਸ਼ਾਦੇ ਨੂੰ। ਹਾਂਜੀ ਅਚਵਨ ਲਾਗੇ ਸਵਾਦ ਬਿਸਾਲਾ। ਬਸ ਸੰਗਤਾਂ ਸਵਾਦ ਦੇ ਨਾਲ ਬੂੰਦੀ ਦੇ ਪੀਲੇ ਪੀਲੇ ਮਿੱਠੇ ਮਿੱਠੇ ਲੱਡੂ ਛਕਣ ਕੇ, ਜਲੇਬੀਆਂ ਪੂੜੇ ਛਕਣ ਮਿੱਠੇ ਆਨੰਦ ਦੇ ਨਾਲ। ਜਿਉਂ ਜਿਉਂ ਝੂਣ ਹੈ ਬਿਟਪਨ ਸੋਊ। ਕਹਿੰਦੇ ਜਿਵੇਂ ਜਿਵੇਂ ਭਾਈ ਲਹਿਣਾ ਦੀ ਚੜ ਕੇ ਟਾਹਣੀਆਂ ਹਿਲਾਉਂਦੇ ਹਨ, ਤਿਉਂ ਤਿਉਂ ਗ੍ਰਹਿ ਖਾਏ ਸਭ ਕੋ। ਤਿਉਂ ਤਿਉਂ ਪਦਾਰਥ ਡਿੱਗਦੇ ਆ, ਤੇ ਤਿਉਂ ਤਿਉਂ ਉਹ ਸੰਗਤਾਂ ਭੋਜਨ ਪਦਾਰਥ ਛਕਦੀਆਂ ਨੇ। ਔਰ ਸਾਧ ਸੰਗਤ ਜੀ ਇਹ ਵੀ ਗੁਰਮੁਖ ਦੱਸਦੇ ਆ, ਕਹਿੰਦੇ ਸਾਹਮਣੇ ਖਲੋ ਕੇ ਸੰਗਤ ਨੇ ਜਿਹੋ ਜੀ ਇੱਛਾ ਬਣਾਈ ਉਹੋ ਜਿਹਾ ਹੀ ਪਦਾਰਥ ਥੱਲੇ ਆ ਜਾਂਦਾ ਸੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਮਹਾਰਾਜ ਦੀ ਖੇਡ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਹਾਂਜੀ ਨਾਨਾ ਭਾਂਤ ਪਰ ਹੈ ਧਰ ਆਈ। ਸੋ ਬੜੀ ਹੈਰਾਨੀ ਹੋਈ ਹੈ ਸਾਰਿਆਂ ਨੂੰ। ਨਾਨਾ ਭਾਂਤ ਪਰਹੇ ਧਰ ਆਈ, ਕਈ ਪ੍ਰਕਾਰ ਦੇ ਭੋਜਨ ਆ ਆ ਕੇ ਧਰਤੀ ਤੇ ਡਿੱਗਦੇ ਹਨ। ਲੱਗੇ ਨਾ ਦੀਸ ਹੈ ਪਰਤ ਦਸਾਈ। ਆ ਕਿਧਰੋਂ ਰਹੇ ਐ? ਰੁੱਖ ਤੇ ਲੱਗਾ ਨਹੀਂ ਹੈ, ਕੋਈ ਹਲਵਾਈ ਥੋੜੀਓ ਬੈਠਾ ਹੈ। ਆ ਕਿਧਰੋਂ ਰਹੇ ਐ? ਇਹ ਵੇਖਦੇ ਨਹੀਂ ਐ, ਪਰ ਹਾਂ ਜਦੋਂ ਹੇਠਾਂ ਆ ਜਾਂਦੇ ਆ, ਬਰਤਨਾਂ 'ਚ ਪੈ ਜਾਂਦੇ ਆ, ਚਾਦਰ ਤੇ ਡਿੱਗ ਜਾਂਦੇ ਆ, ਫਿਰ ਪਤਾ ਲੱਗਦਾ ਹੈ। ਅਚਰਜ ਭੇ ਗਤ ਜਾਏ ਨਾ ਜਾਨੀ। ਇਹ ਅਚਰਜ ਗਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੋਈ ਜਾਣ ਨਾ ਸਕਿਆ। ਧੰਨ ਧੰਨ ਕਹੈ ਗੁਰ ਗੁਣ ਖਾਨੀ। ਤੇ ਸਾਰੇ ਕੀ ਕਹਿੰਦੇ ਆ? ਮਹਾਰਾਜ ਧੰਨ ਹੀ ਹਨ ਸੱਚੇ ਪਾਤਸ਼ਾਹ ਗੁਣਾਂ ਦੀ ਖਾਨ। ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ ਇੱਕ ਤੋਂ ਭੁੱਖੇ ਬਾਸੁਰ ਤੀਨੰ। ਭਾਈ ਇੱਕ ਤਾਂ ਅਸੀਂ 3 ਦਿਨਾਂ ਦੇ ਭੁੱਖੇ ਸਾਂ। ਮਿਲਿਓ ਨਾ ਅਵਸਰ ਅਸਨ ਨਾ ਕੀਨੰ। ਕੁਝ ਬਣਾਉਣ ਪਕਾਉਣ ਦਾ ਸਮਾਂ ਅਵਸਰ ਮੌਕਾ ਹੀ ਨਹੀਂ ਮਿਲਿਆ। ਦੁਤੀਏ ਸਾਂਦ ਮੈਂ ਮਿਲਿਓ ਆਹਾਰਾ। ਤੇ ਉਤੋਂ 3 ਦਿਨਾਂ ਦੇ ਭੁੱਖੇ, ਤੇ 3 ਦਿਨਾਂ ਦੇ ਭੁੱਖੇ ਨੂੰ ਇੰਨਾ ਸਵਾਦ ਪ੍ਰਸ਼ਾਦਾ ਮਿਲ ਜਾਵੇ, ਪਦਾਰਥ ਮਿਲ ਜਾਣ। ਖਾਏ ਅਧਿਕ ਸੁਖ ਹਿਰਦੈ ਉਦਾਰਾ। ਸੰਗਤਾਂ ਦੇ ਰੱਜ ਰੱਜ ਕੇ ਛਕਿਆ ਤੇ ਬੜਾ ਸੁਖ ਲਿਆ। ਚਿਰੰਕਾਲ ਲਓ ਅਚਵ ਅਕਾਏ। ਉਹ ਫਿਰ ਸੰਗਤਾਂ ਬਹੁਤ ਜ਼ਿਆਦਾ ਸਨ, ਤੇ ਫਿਰ ਬੜਾ ਲੰਮਾ ਸਮਾਂ ਨਾ ਜੀ ਭਾਈ ਲਹਿਣਾ ਜੀ ਰੁੱਖ ਝਾੜਦੇ ਹੀ ਰਹੇ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਵੀ ਵੇਖਣ ਵੀ ਇਹ ਕੀ ਬਣ ਗਿਆ। ਹਾਂਜੀ ਭਏ ਤ੍ਰਿਪਤ ਇਵ ਮੁਖ ਹੈ ਅਲਾਏ। ਸਾਧ ਸੰਗਤ ਜੀ ਉਹ ਰੱਜ ਗਈਆਂ ਸੰਗਤਾਂ। ਮੁੱਖੋਂ ਕਿਹਾ ਸਾਰਿਆਂ ਨੇ ਵੀ ਅਸੀਂ ਹੁਣ ਰੱਜ ਗਏ ਹਾਂ। ਹਟ ਜਬ ਰਹੇ ਬਿਲੋਕੇ ਲਹਿਣੇ। ਜਦੋਂ ਭਾਈ ਲਹਿਣਾ ਜੀ ਨੇ ਵੇਖਿਆ ਵੀ ਸੰਗਤਾਂ ਛਕ ਹੀ ਰੱਜ ਗਈਆਂ ਨੇ, ਹੁਣ ਕੋਈ ਲੱਡੂ ਆ ਕੇ ਚੁੱਕਦਾ ਹੀ ਨਹੀਂ ਹੈ। ਹਾਂਜੀ ਉਤਰਿਓ ਤਰੇ ਸ਼ੋਰ ਕਰ ਟਹਿਣੇ। ਫੇਰ ਟਾਹਣੀਆਂ ਨੂੰ ਛੱਡ ਕੇ ਹੇਠਾਂ ਉਤਰੇ ਆ ਲਹਿਣਾ ਜੀ, ਪਹਿਲਾਂ ਨਹੀਂ ਸੀ ਉਤਰੇ। ਹਾਂਜੀ ਬਿੰਸਤ ਚਤੁਰ ਹਜ਼ਾਰ ਹੁਤੇ ਨਰ। ਤੇ ਦੱਸਦੇ ਆ ਬਿੰਸਤ ਚਤੁਰ 20,000 ਮਨੁੱਖ ਸੰਗਤਾਂ ਉਥੇ ਉਸ ਸਮੇਂ ਸਨ। ਸਭ ਤ੍ਰਿਪਤਾਏ ਰਹਿਓ ਹਰਖ ਭਰ। ਤੇ ਸਾਰੀਆਂ ਸੰਗਤਾਂ ਹੀ ਰੱਜ ਕੇ ਪਿੱਛੇ ਹਟੀਆਂ, ਰੱਜ ਕੇ।
24,000 ਬੰਦੇ ਨੂੰ ਰਜਾਉਣਾ ਹੋਵੇ, ਸਾਧ ਸੰਗਤ ਜੀ ਚੰਗੇ ਚੰਗੇ ਬੰਦਿਆਂ ਦੀ ਵਾਹ ਲੱਗ ਜਾਂਦੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਖੇਡ ਇੱਕ ਰੁੱਖ ਨਹੀਂ ਸਾਰਾ ਕੁਝ ਵਰਤਾਤਾ। ਤੇ ਦਾਸ ਬੇਨਤੀ ਕਰੇ ਸਾਧ ਸੰਗਤ ਸ਼ਰਧਾ ਰੱਖਿਆ ਕਰੋ। ਰੁੱਖ ਨੂੰ ਤੇ ਫਿਰ ਪੱਤੇ ਲੱਗਦੇ ਆ, ਫੁੱਲ ਫਲ ਲੱਗ ਜਾਂਦੇ ਹੋਣਗੇ ਜੇ ਗੁਰੂ ਨਾਨਕ ਸਾਹਿਬ ਆਖਣ ਕੰਧ ਵੀ ਸਾਰਾ ਕੁਝ ਪ੍ਰਗਟ ਕਰ ਦਵੇ ਜੀ। ਗੱਲ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਦੀ ਹੈ ਨਾ। ਹਾਂਜੀ। ਹਵੈ ਕੇ ਸੰਗਤ ਕੀਰ ਅਗਾਰੀ, ਚੱਲ ਆਇਓ ਧਰਮਸਾਲ ਮਝਾਰੀ। ਸਾਰੀਆਂ ਸੰਗਤਾਂ ਨੂੰ ਜਦੋਂ ਰਜਾ ਦਿੱਤਾ ਤੇ ਜਿਵੇਂ ਸਾਰੀਆਂ ਸੰਗਤਾਂ ਦੇ ਅੱਗੇ ਲੱਗ ਕੇ ਗਏ ਸੀ, ਹੁਣ ਉਵੇਂ ਅੱਗੇ ਲੱਗ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਰਹੇ ਹਨ। ਪਾਇਨ ਪਾਸ ਲਕੁਟ ਕੀ ਨਿਆਈ, ਤੇ ਚੱਲ ਆਇਓ ਧਰਮਸਾਲ ਮਝਾਰੀ, ਧਰਮਸ਼ਾਲਾ ਵਿੱਚ ਆ ਗਏ। ਪਾਇਨ ਪਾਸ ਲਕੁਟ ਕੀ ਨਿਆਈ, ਚਰਨਾਂ ਦੇ ਵਿੱਚ ਸਾਧ ਸੰਗਤ ਜੀ ਲੱਕੜ ਵਾਂਗੂ ਡੰਡੇ ਵਾਂਗੂ ਸਿੱਧੇ ਹੋ ਕੇ ਪਰਿਓ ਦੀਨ ਹੋਇ ਪ੍ਰੇਮ ਹੈ ਸ਼ਾਈ। ਤੇ ਭਾਈ ਲਹਿਣਾ ਜੀ ਅੱਗੇ ਹੀ ਪਏ ਰਹੇ ਨਿਮਾਣੇ ਹੋ ਕੇ, ਮਨ ਵਿੱਚ ਪ੍ਰੇਮ ਇੰਨਾ ਆ ਗਿਆ। ਹਾਂਜੀ। ਤਿਹ ਛਿਨ ਕਸ਼ੁਕ ਸ਼ਕਤ ਹੋਇ ਆਈ, ਹਾਂਜੀ। ਭਾਨ ਉਗਤ ਜੈਸੇ ਅਨੁਰਾਈ। ਕਹਿੰਦੇ ਉਸ ਸਮੇਂ ਕੁਝ ਸ਼ਕਤੀ ਮਨ ਵਿੱਚ ਆ ਗਈ। ਭਾਈ ਲਹਿਣਾ ਜੀ ਦੇ ਵਿੱਚ ਸ਼ਕਤੀ ਪ੍ਰਵੇਸ਼ ਹੋਈ ਆ। ਜਿਵੇਂ ਸੂਰਜ ਦੇ ਚੜ੍ਹਦੇ ਸਮੇਂ ਲਾਲੀ ਆ ਜਾਂਦੀ ਹੈ, ਅਜੇ ਉਦੋਂ ਲਾਲੀ ਆਉਂਦੀ ਹੈ, ਪੂਰਾ ਪ੍ਰਕਾਸ਼ ਤੇ ਦੁਪਹਿਰ ਨੂੰ ਜਾ ਕੇ ਹੁੰਦਾ ਜਦੋਂ ਧੁੱਪ ਚੜ੍ਹਦੀ ਹੈ। ਕੁਝ ਸ਼ਕਤੀ ਭਾਈ ਲਹਿਣਾ ਜੀ ਦੇ ਵਿੱਚ ਉਦੋਂ ਹੀ ਆ ਗਈ ਜੀ। ਤੁਸੀਂ ਸਤ ਬਚਨ ਕਰੋ, ਸ਼ਕਤੀਆਂ ਜਿੰਨੀਆਂ ਮਰਜ਼ੀ ਲਈ ਚੱਲੋ। ਹਾਂਜੀ। ਸੰਗਤ ਪਾਇਨ ਪਰੀ ਪਿਸ਼ਾਰੀ, ਪਿੱਛੋਂ ਫਿਰ ਸਾਰੀ ਸੰਗਤ ਆ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੈ ਗਈ। ਸ਼ਰਧਾ ਜਗੀ ਪਰਮ ਸੁਖਕਾਰੀ, ਸਾਰਿਆਂ ਦੇ ਮਨ ਵਿੱਚ ਸ਼ਰਧਾ ਜਾਗ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਕੁਝ ਵੀ ਕਰ ਸਕਦੇ ਹਨ। ਗੁਰੂ ਨਾਨਕ ਸਾਹਿਬ ਪੂਰਨ ਹਨ। ਬੈਠੇ ਹੈ ਬਿਸਮੈ ਹੈ ਬਚਨ ਬਖਾਨੈ। ਸਾਰੇ ਬੈਠ ਗਏ ਆ ਹੈਰਾਨ ਹੋ ਕੇ, ਸੰਗਤਾਂ ਆਪਸ ਵਿੱਚ ਬਚਨ ਕਰਦੀਆਂ ਹਨ। ਅਤਸ਼ੈ ਅਚਰਜ ਕੋ ਨਹਿ ਜਾਣੈ। ਕਹਿੰਦੇ ਭਾਈ ਬੜੀ ਹੈਰਾਨੀ ਵਾਲੀ ਗੱਲ ਹੈ, ਅੱਜ ਤੋਂ ਪਹਿਲਾਂ ਕਦੀ ਇਹ ਗੱਲ ਵੇਖੀ ਨਹੀਂ ਅਸੀਂ। ਹਾਂਜੀ। ਪੂਰਬ ਭਈ ਨ ਕਬਹੂ ਐਸੇ, ਅੱਜ ਤੋਂ ਪਹਿਲਾਂ ਕਦੀ ਹੋਇਆ ਹੀ ਨਹੀਂ ਐਸਾ, ਤੇ ਵੇਖਣਾ ਕੀ ਹੈ। ਹਾਂਜੀ। ਤਰ ਤੇ ਅਸਨ ਅਚਾਇਓ ਜੈਸੇ, ਕਿ ਰੁੱਖ ਤੋਂ ਭੋਜਨ ਪਦਾਰਥ ਹੇਠਾਂ ਉਤਰੇ ਹੋਣ, ਕਦੀ ਹੋਇਆ ਹੀ ਨਹੀਂ ਐਸਾ। ਪੂਰਨ ਕਰਾਵਾਨ ਪਹਿਚਾਨੇ, ਮਾਨਵ ਆਨ ਅਨੇਕ ਮਿਲਾਨੇ। ਸੋ ਅਨੇਕਾਂ ਮਨੁੱਖ ਆ ਕੇ ਸੰਗਤ ਦੇ ਪ੍ਰੇਮੀ ਮਹਾਰਾਜ ਨੂੰ ਮਿਲੇ ਤੇ ਮਨ ਵਿੱਚ ਪੂਰਨ ਜਾਣਿਆ ਗੁਰੂ ਨਾਨਕ ਸਾਹਿਬ ਪੂਰੇ ਨੇ। ਇਸ ਕਲਯੁਗ ਦੇ ਸਮੇਂ ਵਿੱਚ ਪੂਰਨ ਹਨ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਜਿਤ ਦਿਸ਼ ਸ੍ਰੀ ਗੁਰ ਜਾਏ ਅਗਾਰੀ, ਤਿਤ ਛਿਨ ਗਵੈ ਹਜ਼ਾਰ ਪਛਾਰੀ। ਸੋ ਜਿਸ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜਾਂਦੇ ਆ, ਉਸ ਸਮੇਂ ਸੰਗਤਾਂ ਚਲੇ ਜਾਂਦੀਆਂ ਨੇ। ਸੋ ਸਾਰੀਆਂ ਸੰਗਤਾਂ ਨੇ ਜਾਣਿਆ ਧੰਨ ਗੁਰੂ ਨਾਨਕ ਸਾਹਿਬ ਪੂਰਨ ਹਨ, ਪੂਰੇ ਹਨ ਇਸ ਕਲਯੁਗ ਦੇ ਸਮੇਂ 'ਚ, ਜਿਸ ਸਮੇਂ 'ਚ ਕੋਈ ਵੀ ਪੂਰਾ ਨਹੀਂ ਲੱਭਦਾ। ਮਹਾਰਾਜ ਪੂਰੇ ਹਨ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਇਹ ਪੰਕਤੀ ਪੜ੍ਹ ਲਓ, ਫਿਰ ਆਪਾਂ ਖਿਮਾ ਮੰਗੀਏ। ਗੁਰ ਪੂਰਾ ਮੇਰਾ ਗੁਰ ਪੂਰਾ, 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 ਗੁਰ ਪੂਰਾ ਮੇਰਾ ਗੁਰ ਪੂਰਾ। ਸਾਰੀਆਂ ਸੰਗਤਾਂ
ਜਾਣ ਲਿਆ ਮਹਾਰਾਜ ਪੂਰੇ ਹਨ ਪੂਰੇ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਫਿਰ ਪੂਰੇ ਗੁਰੂ ਦਾ ਉਪਦੇਸ਼ ਵੀ ਸੁਣਨਾ। ਬੇਅੰਤ ਥਾਵਾਂ ਤੇ ਗੁਰਬਾਣੀ ਵਿੱਚ ਸਤਿਗੁਰੂ ਨੂੰ ਪੂਰਾ ਲਿਖਿਆ, ਤੇ ਜਿੱਥੇ ਗੁਰੂ ਪੂਰਾ ਉੱਥੇ ਦੁਨੀਆ 'ਚ ਅਧੂਰੇ ਵੀ ਬੜੇ ਹੈਗੇ, ਕੱਚੇ ਵੀ ਬੜੇ ਹੈਗੇ, ਪਰ ਕੱਚਿਆਂ ਨਾਲ ਮੁਕਤੀ ਨਹੀਂ ਚ ਹੁੰਦੀ। ਸਤਿਗੁਰੂ ਕਿਰਪਾ ਕਰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਜਿਨਾ ਕਾ ਅੰਧੁਲਾ, ਸਿੱਖ ਵੀ ਅੰਧੇ ਕਰਮ ਕਰੇਨ। ਪਰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਪੂਰੇ ਗੁਰੂ ਦਾ ਵੀ ਜ਼ਿਕਰ ਕਰਦੇ ਆ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿੱਖੋ ਪੂਰੇ ਗੁਰੂ ਨੂੰ ਆਰਾਧਿਆ ਕਰੋ, ਯਾਦ ਕਰਿਆ ਕਰੋ, ਪਾਪ ਹੀ ਸਾਰੇ ਭੱਜ ਜਾਣਗੇ। ਸੋ ਇੱਕ ਵਾਰੀ ਸੰਪੂਰਨਤਾ ਤੇ ਸਾਰੀ ਸੰਗਤ ਪਿਆਰ ਨਾਲ ਕਹਿ ਦਿਓ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।